ਜਿਹੜੇ ਕੁਝ ਸਾਡੇ ਪੰਜਾਬੀ ਭਰਾ ਭੈਣਾਂ ਇਸ ਗੱਲੋਂ ਬੇਚੈਨ ਹੋ ਜਾਂਦੇ ਨੇ ਕਿ ਪੰਜਾਬੀ ਸਿਮਟ ਰਹੀ ਹੈ, ਪੰਜਾਬੀ ਖਤਮ ਹੋ ਰਹੀ ਹੈ, ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ। ਸਾਡੇ ਬੱਚੇ ਹੋਣਹਾਰ ਨੇ, ਮਿਹਨਤ ਨੇ, ਬਾਹਰ ਜਾ ਕੇ ਚਮਕਦੇ ਨੇ, ਕੋਰਸ ਕਰਦੇ ਨੇ, ਰੁਜ਼ਗਾਰ ਭਾਲਦੇ ਨੇ, ਤਾਂ ਇਸ ਪੱਖੋਂ ਪੰਜਾਬੀ ਇੱਥੋਂ ਬਾਹਰ ਫੈਲ ਰਹੀ ਹੈ। ਲਿਪੀਆਂ ਨੂੰ ਸਾਰੀਆਂ ਨੂੰ ਪ੍ਰਣਾਮ, ਲੇਕਿਨ ਇੰਨੀਆਂ ਪੁਰਾਣੀਆਂ ਨੇ, ਇਹ ਨਹੀਂ ਪਤਾ ਲੱਗਦਾ ਕਦੋਂ ਜਾਰੀ ਹੋਈਆਂ ਸੀ, ਕਦੋਂ ਉਹਨਾਂ 'ਚ ਤਬਦੀਲੀਆਂ ਆਈਆਂ। ਆਪਾਂ ਨੂੰ ਇਸ ਗੱਲ ਦਾ ਨਿਸ਼ਚਿਤ ਤੌਰ 'ਤੇ ਪਤਾ ਹੈ ਕਿ ਖਡੂਰ ਸਾਹਿਬ ਦੇ ਵਿੱਚ ਪਹਿਲਾ ਗੁਰਮੁਖੀ ਅਤੇ ਪੰਜਾਬੀ ਦਾ ਸਕੂਲ ਗੁਰੂ ਅੰਗਦ ਦੇਵ ਜੀ ਦੀ ਨਿਗਰਾਨੀ 'ਚ ਸ਼ੁਰੂ ਹੋਇਆ ਸੀ। ਇੱਕ ਛੋਟਾ ਜਿਹਾ ਪਿੰਡ ਸਾਰੇ ਪੰਜਾਬ ਦੇ ਵਿੱਚ ਘਿਰਿਆ ਹੋਇਆ, ਹਜ਼ਾਰਾਂ ਸਾਲਾਂ ਤੋਂ ਆਪਣੀ ਬੋਲੀ ਨਹੀਂ ਛੱਡ ਰਿਹਾ, ਤਾਂ ਪੰਜਾਬੀ ਕਿਵੇਂ ਬੋਲੀ ਛੱਡ ਦੇਣਗੇ ਆਪਣੀ? ਕਲਾਸ ਦੇ ਵਿੱਚ ਪਹਿਲੇ ਦਿਨ ਹੀ ਦੱਸ ਦਿਆ ਕਰਦੇ ਸੀ ਕਿ ਕਦੀ ਨਹੀਂ ਕਿਤੇ ਇਹ ਕਹਿਣਾ ਕਿ ਮੇਰੀ ਬੋਲੀ ਮਿੱਠੀ ਹੈ, ਤੁਹਾਡੀ ਬੋਲੀ ਖਰਵੀ ਹੈ। ਹਰੇਕ ਦੀ ਬੋਲੀ, ਹਰੇਕ ਦੀ ਮਾਂ ਬੋਲੀ ਮਿੱਠੀ ਹੁੰਦੀ ਹੈ ਅਤੇ ਸਭ ਨੂੰ ਓਨੀ ਪਿਆਰੀ ਹੁੰਦੀ ਹੈ ਜਿੰਨੀ ਸਾਨੂੰ ਪੰਜਾਬੀ ਪਿਆਰੀ ਹੈ। ਸਤਿ ਸ਼੍ਰੀ ਅਕਾਲ ਜੀ। ਦਾ ਅਨਮਿਊਟ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ। ਮੈਂ ਜਗਜੀਤ ਸਿੰਘ ਪੰਜੋਲੀ। ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਜਿਹੜਾ ਪੂਰੇ ਸਤਿਕਾਰ ਦੇ ਨਾਲ, ਪੂਰੀ ਜੇ ਆਪਾਂ ਕਹਿ ਦਈਏ ਕਿ ਬਹੁਤ ਸੁਚੱਜੇ ਤਰੀਕੇ ਦੇ ਨਾਲ, ਵੱਖੋ ਵੱਖਰੇ ਤਰੀਕੇ ਨਾਲ, ਵੱਖੋ ਵੱਖਰੀਆਂ ਸੰਸਥਾਵਾਂ ਵੱਲੋਂ, ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬੀਆਂ ਵੱਲੋਂ, ਜਾਂ ਜਿੰਨੇ ਵੀ ਭਾਸ਼ਾਵਾਂ ਨੂੰ ਪਿਆਰ ਕਰਨ ਵਾਲੇ ਲੋਕ ਹੈ, ਉਹ ਆਪਣੇ ਪੱਧਰ 'ਤੇ ਮਨਾ ਰਹੇ ਹੈ। ਸੋ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਖਾਸ ਇਹੀ ਹੈ ਕਿ ਮਾਤ ਭਾਸ਼ਾ ਜਿਹੜੀ ਹੈਗੀ ਹੈ, ਇਹਦੀ ਕੀ ਸਥਿਤੀ ਰਹੀ ਹੈ, ਪੁਰਾਤਨ ਇਤਿਹਾਸ ਕੀ ਹੈ, ਅਤੇ ਅੱਜ ਦੇ ਸਮੇਂ ਦੇ ਵਿੱਚ ਭਾਸ਼ਾ ਦੀ ਲੋੜ ਨੂੰ ਕਿਵੇਂ ਮਹਿਸੂਸ ਕੀਤਾ ਜਾ ਰਿਹਾ ਹੈ। ਕਿਉਂਕਿ ਸਾਡੇ ਵੱਡੇ, ਸਾਡੇ ਸਿਆਣੇ ਬਜ਼ੁਰਗ ਜਿਹੜੇ ਨੇ, ਉਹ ਆਪੋ ਆਪਣੇ ਤਰੀਕੇ ਦੇ ਨਾਲ ਇਸ ਨੂੰ ਪਰਿਭਾਸ਼ਿਤ ਕਰਦੇ ਰਹੇ ਹੈ, ਅਤੇ ਨਾਲ ਹੀ ਪੀੜ੍ਹੀ ਦਰ ਪੀੜ੍ਹੀ ਇਹ ਵਿਰਾਸਤ ਜਿਹੜੀ ਹੈ ਅੱਗੇ ਜਾਂਦੀ ਰਹੀ ਹੈ। ਅਤੇ ਹੁਣ ਮਾਂ ਬੋਲੀ ਜਿਹੜੀ ਹੈ, ਪੰਜਾਬੀ ਜਿਹੜੀ ਹੈ, ਉਹ ਕਿਵੇਂ ਦੇਖੀ ਜਾ ਰਹੀ ਹੈ, ਕੀ ਇਹਦੇ 'ਚ ਬਦਲਾਅ ਆਇਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਮੌਜੂਦ ਨੇ, ਗੱਲਬਾਤ ਕਰਦੇ ਉਹਨਾਂ ਦੇ ਨਾਲ। ਪੰਨੂ ਸਾਹਿਬ, ਤੁਹਾਡਾ ਦਾ ਅਨਮਿਊਟ 'ਤੇ ਸਵਾਗਤ ਹੈ ਜੀ। ਅਨਮਿਊਟ ਦੇ ਦਰਸ਼ਕਾਂ ਨੂੰ ਮੇਰੀ ਪ੍ਰੇਮ ਨਾਲ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਮਾਤ ਭਾਸ਼ਾ ਦਿਵਸ ਦੀ ਵਧਾਈ ਮੇਰੇ ਵੱਲੋਂ ਵੀ ਕਬੂਲ ਹੋਵੇ ਜੀ। ਪੰਨੂ ਸਾਹਿਬ, ਕਿਵੇਂ ਦੇਖਦੇ ਹੋ ਮਾਤ ਭਾਸ਼ਾ ਜਿਹੜੀ ਹੈਗੀ ਹੈ, ਸਾਰੇ ਆਪੋ ਆਪਣੇ ਪੱਧਰ 'ਤੇ ਇਹਨੂੰ ਮਨਾ ਰਹੇ ਹੈ, ਅਤੇ ਕੀ ਇਤਿਹਾਸ ਦੇਖਦੇ ਹੋ? ਇਤਿਹਾਸ ਦੇ ਪਰੋਖੇ ਜੇ ਆਪਾਂ ਦੇਖੀਏ, ਇਤਿਹਾਸ ਦੇ ਐਂਗਲ ਤੋਂ, ਇਤਿਹਾਸ ਦੇ ਨਜ਼ਰੀਏ ਨਾਲ ਮਾਤ ਭਾਸ਼ਾ ਪੰਜਾਬੀ ਨੂੰ ਕਿਵੇਂ ਦੇਖਦੇ ਹੋ ਤੁਸੀਂ? ਆਪਣੇ ਕੋਲ ਜਿਹੜਾ ਪੁਰਾਣਾ ਇਤਿਹਾਸ ਹੈ, ਤਕਰੀਬਨ 5000 ਸਾਲ ਤੋਂ ਪ੍ਰਾਪਤ ਹੁੰਦਾ ਹੈ। ਲਿਖਤੀ ਨਹੀਂ, ਲੇਕਿਨ ਕੁਝ ਸ਼ਿਲਾਲੇਖ ਨੇ, ਕੁਝ ਚਿੱਤਰ ਨੇ, ਖੁਦਾਈਆਂ 'ਚੋਂ ਕੁਝ ਸੰਕੇਤ ਮਿਲਦੇ ਨੇ ਆਪਾਂ ਨੂੰ, ਮੂਰਤੀਆਂ ਤੋਂ। 5000 ਸਾਲ ਪਹਿਲੋਂ ਹੋਵੇ, ਭਾਵੇਂ 5 ਲੱਖ ਸਾਲ ਪਹਿਲੋਂ, ਇਸ ਖਿੱਤੇ 'ਚ ਜਿਹੜੇ ਲੋਕ ਵਸਦੇ ਸਨ, 5 ਦਰਿਆਵਾਂ ਦੀ ਧਰਤੀ 'ਤੇ, ਉਹ ਜਿਹੜੀ ਵੀ ਬੋਲੀ ਬੋਲਦੇ ਸਨ ਉਹ ਪੰਜਾਬੀ ਸੀ। ਉਹਦਾ ਨਾਮ ਬੇਸ਼ੱਕ ਤੁਸੀਂ ਕੁਛ ਰੱਖ ਲਓ, ਇਸ ਇਲਾਕੇ ਦਾ ਨਾਮ ਵੀ ਵੱਖਰਾ ਵੱਖਰਾ ਰਹੇ। ਇਹਦਾ ਨਾਂ ਪੰਜਾਬ ਤਾਂ ਫਾਰਸੀ ਦੇ ਲਫ਼ਜ਼ ਹੈ, ਅਤੇ ਇਰਾਨੀਆਂ ਨਾਲ ਇੱਧਰ ਆਇਆ, ਮੁਗਲਾਂ ਨਾਲ ਇੱਧਰ ਆਇਆ। ਪਹਿਲੋਂ ਇਹਦਾ ਨਾਂ ਪੰਚਨਦ ਸੀ, ਉਹਦੇ ਤੋਂ ਵੀ ਪਹਿਲਾਂ ਇਹਦਾ ਨਾਂ ਸਪਤ ਸਿੰਧੂ ਸੀ। ਪੰਚਨਦ 5 ਨਦੀਆਂ, ਸਪਤ ਸਿੰਧੂ 7 ਦਰਿਆ। ਔਰ ਇਹਦੇ ਵਿੱਚ ਸਰਸਵਤੀ ਅਤੇ ਯਮੁਨਾ ਜਦੋਂ ਤੁਸੀਂ ਮਿਲਾ ਲਓ ਤਾਂ 5 ਦੀ ਥਾਂ 7 ਹੋ ਜਾਂਦੇ ਨੇ। ਤਾਂ ਖਿੱਤਾ ਜਿਹੜਾ ਇਹ ਏਰੀਆ ਹੈ, ਇਹ ਆਪਾਂ ਜਦੋਂ ਪੰਜਾਬ ਆਖਦੇ ਹਾਂ ਤਾਂ ਪੇਸ਼ਾਵਰ ਤੋਂ ਲੈ ਕੇ ਯਮੁਨਾ ਤੱਕ ਦਾ, ਯਾਨੀ ਕਿ ਦਿੱਲੀ ਤੱਕ ਦਾ ਇਲਾਕਾ ਇਹ। ਤਾਂ ਇਸ ਧਰਤੀ 'ਤੇ ਮਨੁੱਖ, ਜਨਰੇਸ਼ਨਾਂ, ਪੀੜ੍ਹੀਆਂ, ਹਕੂਮਤਾਂ ਬਦਲਦੀਆਂ ਰਹੀਆਂ, ਪਰ ਪੰਜਾਬੀ ਤਾਂ ਪੰਜਾਬੀ ਰਹੇ। ਰਿਗਵੇਦ ਸੰਸਾਰ ਦਾ ਸਭ ਤੋਂ ਵੱਧ ਪੁਰਾਣਾ ਗ੍ਰੰਥ ਹੈ। ਰਿਗਵੇਦ ਪੰਜਾਬ ਦੀ ਧਰਤੀ 'ਤੇ ਉਤਰਿਆ, ਇੱਥੇ ਪ੍ਰਕਾਸ਼ ਹੋਇਆ, ਇੱਥੇ ਉਚਾਰਿਆ ਗਿਆ। ਅਤੇ ਮੈਂ ਮੈਕਸਮੂਲਰ ਦੀ ਟਰਾਂਸਲੇਸ਼ਨ ਪੜ੍ਹੀ ਰਿਗਵੇਦ ਦੀ। ਉਹ ਆਪਣੀ ਮੁੱਖਬੰਦ ਦੇ ਵਿੱਚ ਲਿਖਦੇ ਨੇ ਕਿ ਸੰਸਾਰ ਦੇ ਲੋਕਾਂ ਨੂੰ ਜਦੋਂ ਅਜੇ ਲਿਬਾਸ ਪਹਿਨਣ ਦੀ ਜਾਚ ਨਹੀਂ ਸੀ, ਜਦੋਂ ਉਹਦੇ ਕੱਪੜੇ ਪਹਿਨਣੇ ਨਹੀਂ ਆਏ ਸਨ, ਉਹਨਾਂ ਨੇ ਰਿਗਵੇਦ ਦਾ ਪ੍ਰਕਾਸ਼ ਕਰ ਲਿਆ ਸੀ। ਮੈਕਸਮੂਲਰ ਦਾ ਇੱਕ ਹੋਰ ਕਥਨ ਮੈਂ ਆਪਣੇ ਪਾਠਕਾਂ ਨੂੰ ਸੁਗਾਤ ਵਜੋਂ ਦੇਣਾ ਚਾਹੁੰਦਾ, ਇਸ ਗ੍ਰੰਥ ਦੀ ਅਹਿਮੀਅਤ ਬਾਰੇ ਅਤੇ ਇਸ ਗ੍ਰੰਥ ਦੇ ਪ੍ਰਭਾਵ ਬਾਰੇ, ਇਹਦਾ ਮਾਹੌਲ ਕਿਹੋ ਜਿਹਾ, ਵਾਤਾਵਰਣ ਕਿਹੋ ਜਿਹਾ। ਮੈਕਸਮੂਲਰ ਲਿਖਦਾ ਹੈ ਕਿ ਸਰਗੀ ਵੇਲੇ ਤਾਰਿਆਂ ਦੀ ਛਾਂ ਹੇਠ ਰੁਮਕਦੀਆਂ ਹਵਾਵਾਂ ਤੋਂ ਆਨੰਦਿਤ ਹੋ ਕੇ ਏਸ਼ੀਆ ਦੇ ਬੱਚਿਆਂ ਨੇ ਖੁਸ਼ੀ ਵਿੱਚ ਜਦੋਂ ਕਿਲਕਾਰੀ ਮਾਰੀ ਤਾਂ ਰਿਗਵੇਦ ਪ੍ਰਗਟ ਹੋਇਆ।
ਰਿਗਵੇਦ ਦੇ ਵਿੱਚ ਕੁਦਰਤ ਹੀ ਕੁਦਰਤ, ਅੰਮ੍ਰਿਤ ਵੇਲੇ ਹੀ ਅੰਮ੍ਰਿਤ ਵੇਲਾ, ਚਰਾਂਦਾ ਹੀ ਚਰਾਂਦਾ, ਪਸ਼ੂ ਧਨ। ਰਿਗਵੇਦ ਦੇ ਵਿੱਚ ਸਾਰੀ ਦੀ ਸਾਰੀ ਕੁਦਰਤ ਪ੍ਰਦਰਸ਼ਿਤ ਹੈ, ਐਗਜ਼ੀਬਿਟ ਹੋਈ ਹੈ। ਤੋ ਇਸ ਸੂਰਤ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਨੂੰ ਫਖਰ ਹੈ ਇਸ ਗੱਲ ਦਾ ਪੰਜਾਬੀ ਹੋਣ ਦੇ ਨਾਤੇ ਕਿ ਸੰਸਾਰ ਦਾ ਕਲਾਸਿਕ ਸਾਹਿਤ ਇਸ ਧਰਤੀ ਤੇ ਰਚਿਆ ਗਿਆ। ਰਿਗਵੇਦ ਪਿੱਛੋਂ 3 ਵੇਦ ਹੋਰ 4 ਵੇਦ ਹੋਏ। ਫਿਰ ਵਾਲਮੀਕ ਰਮਾਇਣ, ਜਿਹੜਾ ਹੁਣ ਇਲਾਕਾ ਅੰਮ੍ਰਿਤਸਰ ਦਾ ਹੈ, ਇਹਦਾ ਨਾਂ ਉਦੋਂ ਅੰਮ੍ਰਿਤਸਰ ਤਾਂ ਨਹੀਂ ਸੀ, ਲੇਕਿਨ ਇਲਾਕਾ ਉਹ ਹੈ ਜਿੱਥੇ ਵਾਲਮੀਕ ਜੀ ਤਪੱਸਿਆ ਕਰਦੇ ਸਨ। ਇੱਥੇ ਰਾਮਚੰਦਰ ਜੀ ਦੇ ਸ਼ਾਹਜ਼ਾਦਿਆਂ ਨੇ ਲਵ ਤੇ ਕੁਸ਼ ਨੇ ਉਹਨਾਂ ਦਾ ਘੋੜਾ ਫੜਿਆ ਸੀ। ਕਦੇ ਕਦੇ ਮੇਰੇ ਮਨ 'ਚ ਆਉਂਦਾ ਹੁੰਦਾ ਕਿ ਪੰਜਾਬੀਆਂ ਨੇ ਇਉਂ ਹੀ ਕਰਨਾ ਸੀ। ਚਾਹੇ ਰਾਮਚੰਦਰ ਜੀ ਉਹਨਾਂ ਦੇ ਪਿਤਾ ਸਨ, ਇਹ ਬਾਅਦ 'ਚ ਪਤਾ ਲੱਗਿਆ ਉਹਨਾਂ ਨੂੰ, ਪਰ ਵਿਸ਼ਵ ਵਿਜੇਈ ਸਾਡੇ ਧਰਤੀ ਉੱਪਰੋਂ ਦੀ ਲੰਘੇਗਾ, ਅਸੀਂ ਉਹਦਾ ਘੋੜਾ ਰੋਕਾਂਗੇ। ਉਹਦੇ ਤੋਂ ਬਾਅਦ ਫਿਰ ਤੁਸੀਂ ਮਹਾਭਾਰਤ ਦੇਖੋ। ਮਹਾਭਾਰਤ ਦੇ ਵਿੱਚ ਸਾਰੀ ਕਥਾ ਹੀ ਮਹਾਨ ਹੈ, ਦੁਨੀਆ ਦੀ ਬੇਅੰਤ ਵੱਡੀ ਰਚਨਾ ਹੈ, ਲੇਕਿਨ ਇਹਦੇ ਵਿੱਚ ਇਹਦੀ ਗਰੀ ਹੈ ਜਿਹੜੀ ਉਹ ਗੀਤਾ ਹੈ। ਆਪਾਂ ਨੂੰ ਪਤਾ ਹੈ ਕਿ ਯੁੱਧ ਕੁਰੂਕਸ਼ੇਤਰ ਹੋਇਆ ਸੀ ਤੇ ਕੁਰੂਕਸ਼ੇਤਰ ਪੰਜਾਬ ਸੀ। 1947 ਤੱਕ ਕੁਰੂਕਸ਼ੇਤਰ ਤਾਂ ਕੀ, ਦਿੱਲੀ 1947 ਤੱਕ ਦਿੱਲੀ ਪੰਜਾਬ ਦਾ ਇੱਕ ਜ਼ਿਲ੍ਹਾ ਸੀ, ਜਿਹੜੀ ਅੰਬਾਲਾ ਡਿਵੀਜ਼ਨ 'ਚ ਸੀ। ਤੋ ਤੁਸੀਂ ਦੇਖੋ ਕਿ 5 ਦਰਿਆਵਾਂ 'ਚੋਂ ਇੱਕ ਦਰਿਆ ਦਾ ਨਾਮ ਬਿਆਸ ਹੈ, ਇਹ ਵੇਦ ਵਿਆਸ ਜੀ ਦੇ ਨਾਂ 'ਤੇ। ਆਪਾਂ ਨੂੰ ਫਖਰ ਹੋਣਾ ਚਾਹੀਦਾ ਕਿ ਐਡਾ ਅਮੀਰ ਸਾਹਿਤ ਅਸੀਂ ਦੁਨੀਆ ਨੂੰ ਦਿੱਤਾ। ਇਹ ਤਾਂ ਹੋ ਗਿਆ ਵੈਦਿਕ ਮਤ। ਉਹਦੇ ਤੋਂ ਬਾਅਦ ਬੌਧ ਮਤ ਆਇਆ। ਬੌਧ ਮਤ ਦੇ ਵਿੱਚ ਬੇਅੰਤ ਵੱਡਾ ਵਿਦਵਾਨ ਨਾਗਸੈਨ ਦੀ ਰਚਨਾ ਮਿਲਿੰਦ ਪ੍ਰਸ਼ਨ। ਦੁਨੀਆ 'ਚ ਨਾਗਸੈਨ ਪਲੇਟੋ ਤੇ ਅਰਿਸਟੋਟਲ ਤੇ ਸੁਕਰਾਤ ਤੋਂ ਕਿਸੇ ਤਰ੍ਹਾਂ ਘੱਟ ਨਹੀਂ। ਆਪਣੇ ਆਪਾਂ ਪੰਜਾਬੀ ਦਰਸ਼ਕਾਂ ਨੂੰ ਫਖਰ ਨਾਲ ਦੱਸ ਦਈਏ, ਉਹਨਾਂ ਦਾ ਮਿਲਿੰਦ ਪ੍ਰਸ਼ਨ ਆਪਾਂ ਪੰਜਾਬੀ 'ਚ ਕਰਕੇ ਪੰਜਾਬੀ ਪਾਠਕਾਂ ਨੂੰ ਦਿੱਤਾ ਤੇ ਉਹਦੀ ਬੇਅੰਤ ਵਿਕਰੀ ਹੋਈ। ਪਾਠਕਾਂ ਨੇ ਬਹੁਤ ਪ੍ਰੇਮ ਨਾਲ ਪੜ੍ਹਿਆ। ਸਿਆਲਕੋਟ ਸੀ ਉਦੋਂ ਪੰਜਾਬ ਦੀ ਰਾਜਧਾਨੀ। ਨਾਗਸੈਨ ਬਾਦਸ਼ਾਹ ਸੀ, ਮਿਲਿੰਦ ਬਾਦਸ਼ਾਹ ਪ੍ਰਸ਼ਨ ਪੁੱਛਦਾ ਸੀ, ਨਾਗਸੈਨ ਬੌਧ ਮਤ ਸੰਬੰਧੀ ਪ੍ਰਸ਼ਨਾਂ ਦੇ ਉੱਤਰ ਦਿੰਦਾ ਸੀ। ਤੇ ਇਹ ਮਹਾਨ ਕਲਾਸਿਕ ਗ੍ਰੰਥ ਸਿਆਲਕੋਟ ਪੰਜਾਬ ਦੀ ਧਰਤੀ ਤੇ ਉਚਾਰਿਆ ਗਿਆ। ਉਹਦੇ ਤੋਂ ਬਾਅਦ ਜਲੰਧਰ ਜ਼ਿਲ੍ਹੇ ਦੇ ਸਨ ਵਸੂਬੰਧੂ ਤੇ ਅਸੰਗ, ਉਹਨਾਂ ਦਾ ਗ੍ਰੰਥ ਹੈ ਅਭਿਧਰਮ ਕੋਸ਼। ਅਭਿਧਰਮ ਕੋਸ਼ ਹੈ ਜਿਹੜਾ ਬੌਧ ਮਤ ਦੇ ਵਿੱਚ ਪਹਿਲੀ ਵਾਰ ਫਲਸਫਾ ਸੰਸਕ੍ਰਿਤ 'ਚ ਆਪਣੇ ਚਰਨ ਪਾਉਂਦਾ ਹੈ। ਇਹ ਸੰਸਾਰ ਦੇ ਬੌਧ ਮਤ ਦਾ ਪਹਿਲਾ ਸੰਸਕ੍ਰਿਤ ਦਾ ਗ੍ਰੰਥ ਹੈ, ਜਿਹੜਾ ਕਿ ਪਹਿਲੀ ਸਦੀ ਈਸਵੀ 'ਚ ਉਚਾਰਿਆ ਗਿਆ ਸੀ। ਸੋ ਇਹਨਾਂ ਸਾਰੇ ਵਡੇਰਿਆਂ ਨੂੰ ਆਪਣਾ ਪ੍ਰਣਾਮ। ਤੇ ਉਹਦੇ ਤੋਂ ਬਾਅਦ ਫਿਰ ਆਉਂਦੇ ਨੇ ਗੁਰੂ ਸਾਹਿਬਾਨ। ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ। ਗੁਰੂ ਅੰਗਦ ਦੇਵ ਜੀ ਨੂੰ ਹੁਕਮ ਦਿੱਤਾ ਮਹਾਰਾਜ ਨੇ ਕਿ ਆਪਾਂ 35 ਅੱਖਰਾਂ 'ਚ ਗੁਰਮੁਖੀ ਲਿਖਣੀ ਤੇ ਪੜ੍ਹਨੀ ਸਿਖਾਣੀ ਹੈ। ਇਹ ਗੁਰੂ ਅੰਗਦ ਦੇਵ ਜੀ ਨੇ ਤਿਆਰ ਕੀਤੀ, ਲੇਕਿਨ ਆਪਣੇ ਦਰਸ਼ਕਾਂ ਨੂੰ ਪਤਾ ਹੋਵੇ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਨਿਗਰਾਨੀ 'ਚ ਤਿਆਰ ਹੋਈ ਸੀ। ਗੁਰਮੁਖੀ ਲਿਪੀ ਦਾ ਪਹਿਲਾ ਸਕੂਲ ਖਡੂਰ ਸਾਹਿਬ। ਸੰਸਾਰ ਦੀ ਇੱਕੋ ਇੱਕ ਲਿਪੀ ਹੈ ਜਿਹਦਾ ਇਤਿਹਾਸ ਮਿਲਦਾ ਆਪਾਂ ਨੂੰ। ਲਿਪੀਆਂ ਨੂੰ ਸਾਰੀਆਂ ਨੂੰ ਪ੍ਰਣਾਮ, ਲੇਕਿਨ ਇੰਨੀਆਂ ਪੁਰਾਣੀਆਂ ਨੇ ਇਹ ਨਹੀਂ ਪਤਾ ਲੱਗਦਾ ਕਦੋਂ ਜਾਰੀ ਹੋਈਆਂ ਸੀ, ਕਦੋਂ ਉਹਨਾਂ 'ਚ ਤਬਦੀਲੀਆਂ ਆਈਆਂ। ਆਪਾਂ ਨੂੰ ਇਸ ਗੱਲ ਦਾ ਨਿਸ਼ਚਿਤ ਤੌਰ 'ਤੇ ਪਤਾ ਹੈ ਕਿ ਖਡੂਰ ਸਾਹਿਬ ਦੇ ਵਿੱਚ ਪਹਿਲਾ ਗੁਰਮੁਖੀ ਅਤੇ ਪੰਜਾਬੀ ਦਾ ਸਕੂਲ ਗੁਰੂ ਅੰਗਦ ਦੇਵ ਜੀ ਦੀ ਨਿਗਰਾਨੀ 'ਚ ਸ਼ੁਰੂ ਹੋਇਆ ਸੀ। ਤੇ ਇੱਕ ਪਾਠਕਾਂ ਨੂੰ ਜਾਣ ਕੇ ਇਹ ਕੁਛ ਹੋਰ ਵਾਧਾ ਹੋਏਗਾ ਉਹਨਾਂ ਦੀ ਸੂਚਨਾ 'ਚ ਕਿ ਕਸ਼ਮੀਰ ਦੀ ਸੰਗਤ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਪਾਸ ਆਈ। ਵਿਚਾਰ ਵਟਾਂਦਰੇ ਦੌਰਾਨ ਸੰਗਤ ਨੇ ਆਖਿਆ, ਮਹਾਰਾਜ ਸਾਨੂੰ ਅਨਪੜ੍ਹ ਆਖਦੇ ਨੇ ਕਸ਼ਮੀਰ ਦੇ ਵਿਦਵਾਨ ਬ੍ਰਾਹਮਣ, ਸਾਨੂੰ ਆਖਦੇ ਨੇ ਗੰਵਾਰ ਬੋਲੀ ਹੈ ਤੁਹਾਡੀ, ਸਾਨੂੰ ਆਖਦੇ ਨੇ ਆਹ ਲਿਪੀ ਇਹ ਬੋਲੀ ਇਹ ਵਿਦਵਾਨਾਂ 'ਚ ਤਾਂ ਪ੍ਰਵਾਨ ਨਹੀਂ ਹੈ, ਤੁਸੀਂ ਕੀ ਕਰੋਗੇ ਇਹਦੇ 'ਚ? ਜੀ ਸਾਨੂੰ ਸੰਗ ਲੱਗਦੀ ਹੈ, ਕੀ ਜਵਾਬ ਦਿਆ ਕਰੀਏ? ਦੂਜੇ ਪਾਤਸ਼ਾਹ ਨੇ ਫਰਮਾਇਆ, ਇਹਨਾਂ ਗੱਲਾਂ ਦਾ ਭਾਈਓ ਬੁਰਾ ਨਹੀਂ ਮਨਾਈਦਾ। ਜਦੋਂ ਇਹ ਕਹਿੰਦੇ ਨਾ ਕਿ ਤੁਹਾਡੇ ਕੋਲ ਲਿਪੀ ਨਵੀਂ ਹੈ, ਤੁਹਾਡੇ ਕੋਲ ਬੋਲੀ ਕਮਜ਼ੋਰ ਹੈ, ਤੁਹਾਡੇ ਕੋਲ ਹੈ ਕੀ, ਤਾਂ ਤੁਸੀਂ ਇਹ ਆਖਿਆ ਕਰੋ ਉਹਨਾਂ ਨੂੰ ਕਿ ਜੀ ਤੁਹਾਡੇ ਕੋਲ ਸੋਨੇ ਦਾ ਕਟੋਰਾ ਹੈ, ਉਸ ਵਿੱਚੋਂ ਤੁਸੀਂ ਕੁਝ ਖਾ ਪੀ ਲੈਂਦੇ ਹੋ। ਮੰਨ ਲਈ ਤੁਹਾਡੀ ਗੱਲ ਕਿ ਸਾਡੇ ਕੋਲ ਮਿੱਟੀ ਦਾ ਕਸੋਰਾ ਹੈ, ਅਸੀਂ ਉਹਦੇ ਵਿੱਚੋਂ ਕੋਈ ਚੀਜ਼ ਪਾ ਕੇ ਖਾ ਲੈਂਦੇ ਹਾਂ। ਨਾ ਤੁਸੀਂ ਸੋਨੇ ਦਾ ਕਟੋਰਾ ਖਾਣਾ, ਨਾ ਅਸੀਂ ਮਿੱਟੀ ਦਾ ਕਸੋਰਾ ਖਾਣਾ। ਇਹਦੇ ਵਿੱਚ ਜਿਹੜੀ ਸਮੱਗਰੀ ਹੈ ਉਹ ਉਹੀ ਹੈ ਜਿਹੜੀ ਤੁਹਾਡੇ ਸੋਨੇ ਦੇ ਕਟੋਰੇ 'ਚ ਸੀ। ਸੋ ਇਸ ਤਰੀਕੇ ਮਹਾਰਾਜ ਆਪਣੀਆਂ ਸੰਗਤਾਂ ਨੂੰ ਗੁਰਮੁਖੀ ਸਿਖਾਇਆ ਕਰਦੇ, ਪੰਜਾਬੀ ਸਿਖਾਇਆ ਕਰਦੇ। ਤੇ ਫਿਰ ਗੁਰੂ ਨਾਨਕ ਦੇਵ, ਆਪਣੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਫਾਰਸੀ ਲਿਪੀ 'ਚ ਉਚਾਰੀ ਸੀ ਕਿ ਦੇਵਨਾਗਰੀ 'ਚ, ਲੇਕਿਨ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਸਾਹਿਬਾਨ ਨੇ ਸਾਰਾ ਕੰਮਕਾਜ, ਸਿੱਖਾਂ ਨੇ ਆਪਣਾ ਸਾਰਾ ਕੰਮਕਾਜ ਗੁਰਮੁਖੀ ਲਿਪੀ 'ਚ ਤੇ ਪੰਜਾਬੀ ਬੋਲੀ 'ਚ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਡਾ ਵਿਰਸਾ ਸੰਖੇਪ 'ਚ। ਜਿਹੜੇ ਕੁਝ ਸਾਡੇ ਪੰਜਾਬੀ ਭਰਾ ਭੈਣਾਂ ਇਸ ਗੱਲੋਂ ਬੇਚੈਨ ਹੋ ਜਾਂਦੇ ਨੇ ਕਿ ਪੰਜਾਬੀ ਸਿਮਟ ਰਹੀ ਹੈ, ਪੰਜਾਬੀ ਖਤਮ ਹੋ ਰਹੀ ਹੈ, ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ। ਜੇ ਉਦਾਹਰਣ ਤੁਸੀਂ ਦੇਖਣੀ ਹੋਵੇ, ਮੇਰਾ ਪਿੰਡ ਹੈ ਘੱਗਾ,
ਇਹ ਸਮਾਣਾ ਤੇ ਪਾਤੜਾਂ ਦੇ ਵਿਚਕਾਰ ਕਰਕੇ ਹੈ ਪਟਿਆਲਾ ਜ਼ਿਲ੍ਹੇ 'ਚ। ਉੱਥੇ ਇੱਕ ਗੁੱਜਰਾਂ ਦਾ ਪਿੰਡ ਹੈ ਛੋਟਾ ਜਿਹਾ, ਉਹਦਾ ਨਾਂ ਹੈ ਦੇਦਣਾ। ਕਿਤੇ ਆਪਣੇ ਸਰੋਤੇ ਉਸ ਪਿੰਡ 'ਚ ਜਾ ਕੇ ਲੋਕਾਂ ਨਾਲ ਗੱਲਾਂ ਕਰਨ, ਉਹ ਬਾਂਗਰੂ ਬੋਲੀ ਬੋਲਦੇ ਨੇ ਜੀ। ਦੇਦਣਾ ਪਿੰਡ ਚਾਰੇ ਪਾਸਿਓਂ ਪੰਜਾਬੀ ਪਿੰਡਾਂ ਨੇ ਘੇਰਿਆ ਹੋਇਆ। ਉਹਨਾਂ ਦਾ ਵਾਹ ਪੰਜਾਬੀਆਂ ਨਾਲ ਪੈਂਦਾ ਹੈ, ਲੇਕਿਨ ਆਪਣੇ ਘਰਾਂ 'ਚ ਤੇ ਆਪਣੇ ਖੇਤਾਂ 'ਚ ਮੇਰੀ ਜ਼ਮੀਨ ਹੈ ਜਿਹੜੀ ਉਹ ਦੇਦਣਾ ਪਿੰਡ 'ਚ ਹੈ। ਇਸ ਕਰਕੇ ਮੇਰਾ ਮੈਨੂੰ ਬੜੀ ਮਿੱਠੀ ਲੱਗਦੀ ਹੈ ਜਦੋਂ ਮੇਰੇ ਲੋਕ ਬਾਂਗਰੂ ਬੋਲੀ 'ਚ ਬਹੁਤ ਗੱਲ ਕਰਦੇ ਨੇ। ਤਾਂ ਇੱਕ ਛੋਟਾ ਜਿਹਾ ਪਿੰਡ ਸਾਰੇ ਪੰਜਾਬ ਦੇ ਵਿੱਚ ਘਿਰਿਆ ਹੋਇਆ, ਹਜ਼ਾਰਾਂ ਸਾਲਾਂ ਤੋਂ ਆਪਣੀ ਬੋਲੀ ਨਹੀਂ ਛੱਡ ਰਿਹਾ, ਤਾਂ ਪੰਜਾਬੀ ਕਿਵੇਂ ਬੋਲੀ ਛੱਡ ਦੇਣਗੇ ਆਪਣੀ? ਸਗੋਂ ਮੈਂ ਤਾਂ ਇਹ ਕਹਿਣਾ ਕਿ ਅਸੀਂ ਵਿਕਾਸ ਕੀਤਾ। ਪਹਿਲਾਂ ਅਸੀਂ 5 ਦਰਿਆਵਾਂ ਦੀ ਬੋਲੀ ਆਖਦੇ ਸੀ ਪੰਜਾਬੀ ਨੂੰ, ਹੁਣ ਇਹ 7 ਸਮੁੰਦਰਾਂ ਦੀ ਬੋਲੀ ਹੈ। ਸਾਡੇ ਬੱਚੇ ਜਾ ਰਹੇ ਨੇ ਬਾਹਰ, ਮੈਨੂੰ ਇਸ ਗੱਲ ਦਾ ਵੀ ਕੋਈ ਮਲਾਲ ਨਹੀਂ, ਮੈਨੂੰ ਇਸ ਗੱਲ ਦਾ ਵੀ ਕੋਈ ਫਿਕਰ ਨਹੀਂ। ਸਾਡੇ ਬੱਚੇ ਹੋਣਹਾਰ ਨੇ, ਮਿਹਨਤ ਨੇ, ਬਾਹਰ ਜਾ ਕੇ ਚਮਕਦੇ ਨੇ, ਕੋਰਸ ਕਰਦੇ ਨੇ, ਰੁਜ਼ਗਾਰ ਭਾਲਦੇ ਨੇ। ਤਾਂ ਇਸ ਪੱਖੋਂ ਪੰਜਾਬੀ ਇੱਥੋਂ ਬਾਹਰ ਫੈਲ ਰਹੀ ਹੈ, ਸੁੰਗੜ ਨਹੀਂ ਰਹੀ। ਇਸ ਕਰਕੇ ਮੈਂ ਨਹੀਂ ਸਮਝਦਾ ਕਿ ਪੰਜਾਬੀ ਦਾ ਭਵਿੱਖ ਧੁੰਦਲਾ ਹੈ ਜਾਂ ਇਹਨੂੰ ਕੋਈ ਨੁਕਸਾਨ। ਤੇ ਬਹੁਤ ਸਾਰੀਆਂ ਗੱਲਾਂ ਆਪਾਂ ਇਹਦੇ ਬਾਰੇ ਵੀ ਕਰਾਂਗੇ। ਤੁਸੀਂ ਆਪਣੇ ਬਾਰੇ ਵੀ ਦੱਸੋ ਕਿ ਜਦੋਂ ਤੁਸੀਂ ਪੰਜਾਬੀ ਨਾਲ ਜੁੜੇ ਤਾਂ ਪੰਜਾਬੀ ਸਭ ਤੋਂ ਪਹਿਲਾਂ ਕਿੱਥੇ ਬੋਲਣੀ ਤੁਸੀਂ ਪੜ੍ਹਨੀ ਸਿੱਖੀ? ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਮੇਰੀ ਮਾਂ ਬੋਲੀ ਹਰਿਆਣਵੀ ਹੈ ਜੀ। ਮੇਰੇ ਨਾਨਕੇ ਹਰਿਆਣੇ 'ਚ ਨੇ, ਮੇਰੇ ਬਾਪੂ ਜੀ ਦੇ ਨਾਨਕੇ ਵੀ ਹਰਿਆਣੇ 'ਚ। ਮੇਰੀ ਮਾਂ ਜਦੋਂ ਗੱਲਾਂ ਕਰਦੀ ਸਾਡੇ ਨਾਲ, ਸਾਡੇ ਪਿੰਡ ਦੇ ਲੋਕਾਂ ਨਾਲ, ਤਾਂ ਪੰਜਾਬੀ ਬੋਲਦੀ। ਜਦੋਂ ਮੇਰੇ ਨਾਨਕਿਓਂ ਕੋਈ ਮਿਲਣ ਗਿਲਣ ਆਉਂਦਾ ਉਹਨਾਂ ਨਾਲ, ਫਿਰ ਉਹ ਹਰਿਆਣਵੀ ਬੋਲੀ ਬੋਲਦੀ। ਮੇਰੀ ਦਾਦੀ ਨੇ ਸਾਰੀ ਉਮਰ ਇੱਕ ਵੀ ਵਾਕ ਪੰਜਾਬੀ ਦਾ ਨਹੀਂ ਬੋਲਿਆ। ਆਪਣੀ ਗੋਦ 'ਚ ਬਿਠਾ ਕੇ ਗਰਮੀਆਂ ਸਰਦੀਆਂ 'ਚ ਜਦੋਂ ਸਾਨੂੰ ਕਹਾਣੀਆਂ ਸੁਣਾਉਂਦੀ ਤਾਂ ਉਹ ਹਰਿਆਣਵੀ ਬੋਲੀ 'ਚ ਸੁਣਾਉਂਦੀ ਹੁੰਦੀ। ਅਤੇ ਕਦੀ ਕਦੀ ਗਿਲਾ ਕਰਦੀ ਸੀ ਸਾਡੇ ਕੋਲ, ਬੱਚਿਆਂ ਕੋਲ ਸ਼ਿਕਾਇਤ ਵੀ ਲਾਉਂਦੀ, ਥਾਰੀ ਮਾਂ ਚੰਗੀ ਹੈ ਬੜੀਆਂ ਸਿਫਤਾਂ ਸੁਣਦੀਆਂ, ਭਾਈ ਚੰਗਪੁਣਾ ਕਰੇਗਾ ਜੌਨ ਸਾ ਆਪਣੀ ਜ਼ਬਾਨ ਛੋੜ ਦੇ। ਉਹ ਆਪਣੀ ਬੋਲੀ ਛੋੜਦੇ ਹੈ। ਬੋਲੀ ਛੋੜਨੇ ਵਾਲਾ ਜਿਤਨਾ ਮਰਜੀ ਚੰਗਾ ਹੋ ਪੋਤੇ, ਇਤਬਾਰ ਨਹੀਂ ਉਸ ਪਰ ਕਰਿਆ ਕਰਦਾ ਕੋਈ ਜੀ। ਤਾਂ ਸਾਡੀਆਂ ਦਾਦੀਆਂ ਨੂੰ ਆਪਣੀ ਬੋਲੀ ਇੰਨੀ ਪਿਆਰੀ ਸੀ। ਡਾਕਟਰ ਹਰਕੀਰਤ ਸਿੰਘ ਸਾਨੂੰ ਪੜ੍ਹਾਇਆ ਕਰਦੇ ਭਾਸ਼ਾ ਵਿਗਿਆਨ। ਉਹ ਕਲਾਸ ਦੇ ਵਿੱਚ ਪਹਿਲੇ ਦਿਨ ਹੀ ਦੱਸ ਦਿਆ ਕਰਦੇ ਸੀ ਕਿ ਕਦੀ ਨਹੀਂ ਕਿਤੇ ਇਹ ਕਹਿਣਾ ਕਿ ਮੇਰੀ ਬੋਲੀ ਮਿੱਠੀ ਹੈ, ਤੁਹਾਡੀ ਬੋਲੀ ਖਰਵੀ ਹੈ। ਹਰੇਕ ਦੀ ਬੋਲੀ, ਹਰੇਕ ਦੀ ਮਾਂ ਬੋਲੀ ਮਿੱਠੀ ਹੁੰਦੀ ਹੈ ਅਤੇ ਸਭ ਨੂੰ ਓਨੀ ਪਿਆਰੀ ਹੁੰਦੀ ਹੈ ਜਿੰਨੀ ਸਾਨੂੰ ਪੰਜਾਬੀ ਪਿਆਰੀ ਹੈ। ਇਸ ਕਰਕੇ ਇਹ ਵਿਤਕਰਾ ਨਹੀਂ ਕਰਨਾ। ਤੁਹਾਨੂੰ ਲੱਗਦਾ ਹੈ ਕਿ ਉਹ ਓਪਰੀ ਹੈ, ਤੁਹਾਨੂੰ ਲੱਗਦਾ ਉਹ ਰੁੱਖੀ ਹੈ, ਪਰ ਉਹਨਾਂ ਨੂੰ ਪੁੱਛ ਕੇ ਦੇਖੋ, ਉਹ ਜਾਨ ਕੁਰਬਾਨ ਕਰਨ ਲਈ ਤਿਆਰ ਨੇ ਆਪਣੀ ਬੋਲੀ ਵਾਸਤੇ। ਤੁਸੀਂ ਪੰਜਾਬੀ ਜਦੋਂ, ਕਿਉਂਕਿ ਹੁਣ ਤੁਹਾਡੀ ਜਿਹੜੀ ਪੰਜਾਬੀ ਹੈ ਉਹ ਦਰਸ਼ਕ ਆਮ ਦੇਖਦੇ ਆ ਵੀ ਤੁਹਾਡੀ ਬਹੁਤ ਸਰਲ ਤਰੀਕੇ ਨਾਲ ਤੁਸੀਂ ਵੱਡੇ ਲੋਕਾਂ ਦੀਆਂ, ਵੱਡੀਆਂ ਸ਼ਖਸੀਅਤਾਂ ਦੀਆਂ ਜਿਹੜੀਆਂ ਕਹਾਣੀਆਂ, ਜੀਵਨੀਆਂ ਹੈਗੀਆਂ, ਉਹ ਬਹੁਤ ਸਰਲ ਭਾਸ਼ਾ ਦੇ ਵਿੱਚ ਲਿਖੀਆਂ ਨੇ ਅਤੇ ਉਹਨੂੰ ਪੜ੍ਹਨ ਵਾਲੇ ਪਾਠਕ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ। ਤੁਹਾਡੇ 'ਚ ਇਹ ਸਰਲਤਾ ਕਿੱਥੋਂ ਆਈ ਜਿਹੜੀ ਭਾਸ਼ਾ? ਮੇਰੇ ਨਾਲ ਇੱਕ ਦੁਰਘਟਨਾ ਹੋਈ ਕਿ ਮੈਂ ਬਚ ਗਿਆ ਬਾਅਦ 'ਚ, ਲੇਕਿਨ ਮੈਨੂੰ ਪੋਲੀਓ ਦਾ ਹਮਲਾ ਹੋ ਗਿਆ ਸੀ ਜਦੋਂ ਮੇਰੀ ਉਮਰ 5 ਸਾਲ ਦੀ ਸੀ ਜੀ। ਮੇਰੀ ਇੱਕ ਲੱਤ ਮੁੜ ਗਈ ਸੀ, ਉਹ ਸਿੱਧੀ ਨਹੀਂ ਹੁੰਦੀ ਸੀ, ਜਿਹੜੀ ਲੱਤ ਸਿੱਧੀ ਸੀ ਉਹ ਮੁੜਦੀ ਨਹੀਂ ਸੀ। ਮੈਂ 2 ਸਾਲ ਮੰਜੀ 'ਤੇ ਜਾਂ ਤਖਤਪੋਸ਼ 'ਤੇ ਬੈਠਾ ਜਾਂ ਲੇਟਿਆ ਹੁੰਦਾ ਜੀ। ਤਾਂ ਮਾਂ ਨੂੰ ਮੇਰੀ ਨੂੰ ਗੁਰਮੁਖੀ ਆਉਂਦੀ ਸੀ, ਪੜ੍ਹਨੀ ਵੀ ਅਤੇ ਲਿਖਣੀ ਵੀ ਜੀ। ਅਤੇ ਕਾਗਜ਼ 'ਤੇ ਨਹੀਂ, ਜ਼ਮੀਨ 'ਤੇ ਰੇਤਾ ਵਿਛਾ ਕੇ ਜਾਂ ਸੁਆਹ ਵਿਛਾ ਕੇ। ਤਾਂ ਮੈਨੂੰ ਬਾਪੂ ਜੀ ਵੀ ਗੁਰਮੁਖੀ ਜਾਣਦੇ ਸਨ, ਮਾਂ ਨੇ ਅਤੇ ਬਾਪੂ ਜੀ ਨੇ ਇਹ ਕਿੱਤੇ ਲੱਗਿਆ ਰਹੇ, ਉਹਨਾਂ ਨੇ ਮੈਨੂੰ ਜ਼ਮੀਨ 'ਤੇ ਬਿਠਾ ਦੇਣਾ ਪੀੜ੍ਹੀ 'ਤੇ, ਅਤੇ ਫਿਰ ਮੈਨੂੰ ਰੇਤਾ ਵਿਛਾ ਕੇ ਜਾਂ ਰਾਖ ਵਿਛਾ ਕੇ ਉਹਦੇ ਉੱਪਰ ਪੂਰਨੇ ਪਾਉਣੇ ਅਤੇ ਗੁਰਮੁਖੀ ਸਿਖਾਉਣੀ ਸ਼ੁਰੂ ਕਰ ਦਿੱਤੀ। ਗੁਰਮੁਖੀ ਦੀਆਂ ਮਾਤਰਾਵਾਂ, ਗੁਰਮੁਖੀ ਦੇ ਅੱਖਰ ਮੈਂ ਉਹ 2 ਸਾਲ ਦਾ ਅਰਸਾ ਸੀ ਜਿਹੜਾ 1 ਸਾਲ ਦੇ ਅੰਦਰ ਮੈਂ ਚੰਗੀ ਤਰ੍ਹਾਂ ਪੜ੍ਹਨੀ ਅਤੇ ਲਿਖਣੀ ਸਿੱਖ ਲਈ। ਫਿਰ ਮੈਨੂੰ ਮੇਰਾ ਵੱਡਾ ਭਰਾ ਸੀ, ਉਹ ਇਹਨਾਂ ਗੱਲਾਂ 'ਚ ਬਹੁਤ ਸਿਆਣਾ ਸੀ, ਪੜ੍ਹਾਕੂ ਸੀ ਚੰਗਾ। ਉਹਨੇ ਇੱਕ ਪੰਜਾਬੀ ਦਾ ਰਸਾਲਾ ਨਿਕਲਦਾ ਹੁੰਦਾ ਸੀ ਅੰਮ੍ਰਿਤਸਰ ਤੋਂ, ਉਹਦਾ ਨਾਂ ਸੀ ਬਾਲਕ ਜੀ। ਪਹਿਲਾਂ ਬਾਲਕ ਰਸਾਲਾ, ਫਿਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪ੍ਰੀਤਨਗਰ 'ਚੋਂ ਨਿਕਲਦਾ ਹੁੰਦਾ ਸੀ ਬਾਲ ਸੰਦੇਸ਼। ਫਿਰ ਮੈਨੂੰ ਉਹ ਬਾਲ ਸੰਦੇਸ਼ ਲਵਾ ਦਿੱਤਾ। ਤਾਂ 2 ਰਸਾਲੇ ਸਾਡੇ ਘਰ ਆਉਣੇ ਸ਼ੁਰੂ ਹੋ ਗਏ। ਮੈਂ ਕਹਾਣੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ, ਉੱਥੋਂ ਮੇਰਾ ਵਕਤ ਚੰਗਾ ਲੰਘਦਾ। ਮੈਂ ਜਦੋਂ 5ਵੀਂ ਜਮਾਤ 'ਚ ਹੋਇਆ ਤਾਂ ਇੱਕ ਛੋਟੀ ਜਿਹੀ ਕਹਾਣੀ ਲਿਖ ਦਿੱਤੀ ਜੀ। ਕਹਾਣੀ ਲਿਖ ਕੇ ਮੈਂ ਮਾਸਟਰ ਜੀ ਨੂੰ ਕਿਹਾ ਮੈਂ ਇਸ ਰਸਾਲੇ 'ਚ ਛਪਵਾਉਣੀ, ਕਿਵੇਂ ਭੇਜਾਂ? ਉਹ ਕਹਿੰਦੇ ਇੱਕ ਲਿਫਾਫਾ ਹੁੰਦਾ ਹੈ, ਉਹ 2 ਆਨਿਆਂ ਦਾ ਹੁੰਦਾ, ਉਹ ਲੈ ਆ ਤੂੰ ਡਾਕਖਾਨੇ 'ਚੋਂ, ਮੈਂ ਸਿਰਨਾਮਾ ਲਿਖ ਦੂੰਗਾ ਜੀ, ਤੂੰ ਇਹਦੇ ਵਿੱਚ ਕਹਾਣੀ ਪਾ ਦੀ ਆਪਣੀ। ਉਹ ਜਿਹੜੀ ਲਕੀਰਾਂ ਵਾਲੀ ਕਾਪੀ ਹੁੰਦੀ ਹੈ, ਮੈਂ ਉਹਦੇ ਉੱਤੇ ਕਹਾਣੀ 2 ਪੇਜਿਸ ਦੀ, 2 ਪੰਨਿਆਂ ਦੀ ਲਿਖ ਕੇ ਪਾ ਦਿੱਤੀ। ਮਾਸਟਰ ਜੀ ਨੇ ਸਿਰਨਾਮਾ ਲਿਖ ਦਿੱਤਾ, ਉਹ ਚਲੀ ਗਈ। ਅਗਲਾ ਜਿਹੜਾ ਮੈਗਜ਼ੀਨ ਆਇਆ ਉਹਦੇ 'ਚ ਮੇਰੀ ਕਹਾਣੀ ਮੇਰੇ ਨਾਂ ਹੇਠ ਛਪੀ, ਹਰਪਾਲ ਸਿੰਘ ਪੰਨੂ 5ਵੀਂ ਜਮਾਤ, ਇਹ ਉਹਦੇ ਪਰ ਛਪਿਆ। ਦਰਸ਼ਨ ਸਿੰਘ ਆਸ਼ਟ ਕੋਲ ਇਹ ਮੈਗਜ਼ੀਨ ਪਿਆ, ਮੇਰੇ ਕੋਲ ਤਾਂ ਗੁੰਮ ਹੋ ਗਿਆ। ਉਹਨੇ ਮੈਨੂੰ ਦਿਖਾਇਆ, ਕਹਿੰਦਾ ਮੇਰੇ ਕੋਲ ਪਿਆ। ਤਾਂ ਮਾਸਟਰ ਜੀ ਨੇ ਥਾਪੀ ਦਿੱਤੀ ਅਤੇ ਅਗਲੇ ਦਿਨ ਜਦੋਂ ਸਕੂਲ ਦੇ ਵਿੱਚ ਇਹ ਮੈਗਜ਼ੀਨ ਆਉਂਦਾ ਸੀ ਜੀ, ਅਗਲੇ ਦਿਨ ਪ੍ਰਾਰਥਨਾ ਸਭਾ 'ਚ ਸਾਰੇ ਸਕੂਲ ਦੇ ਸਾਹਮਣੇ ਮੈਨੂੰ ਸ਼ਾਬਾਸ਼ ਦਿੱਤੀ ਗਈ ਕਿ 5ਵੀਂ ਜਮਾਤ ਦੇ ਸਾਡੇ ਸਕੂਲ ਦੇ ਬੱਚੇ ਨੇ ਆਪਣੀ ਕਹਾਣੀ ਭੇਜੀ ਅਤੇ ਉਹ ਛਪੀ।
ਜੀ। ਉਦੋਂ ਮੈਨੂੰ ਐਂ ਲੱਗਿਆ ਵੀ ਮੈਂ ਵੀ ਕੁਝ ਕਰ ਸਕਦਾ, ਕੁਝ ਲਿਖ ਸਕਦਾ। ਤਾਂ ਫਿਰ ਮੈਨੂੰ ਪੜ੍ਹਨ ਦਾ ਸ਼ੌਕ ਹੋਇਆ। ਮੈਂ ਅੱਜ ਆਪਣੇ ਦਰਸ਼ਕਾਂ ਨੂੰ ਇੱਕ ਗਿਫਟ ਦਿਖਾਣੀ ਹੈ ਕਿ ਮੈਂ 5ਵੀਂ ਜਮਾਤ ਦੇ ਵਿੱਚ ਇੱਕ ਕਿਤਾਬ ਪੜ੍ਹੀ ਸੀ, ਉਹਦਾ ਨਾਂ ਸੀ ਕਠਪੁਤਲਾ ਜੀ। ਦੁਨੀਆ ਦਾ ਕਲਾਸਿਕ ਗ੍ਰੰਥ ਹੈ ਇਹ। ਇਟਲੀ ਦੇ ਕਲੌਦੀ ਨਾਂ ਦੇ ਲੇਖਕ ਨੇ ਬੱਚਿਆਂ ਲਈ ਇਹ ਰਚਨਾ ਕੀਤੀ ਸੀ। 1962 'ਚ ਇਹ ਪੰਜਾਬੀ 'ਚ ਛਪੀ ਸੀ। ਪੰਜਾਬ ਸਰਕਾਰ ਨੇ ਸਾਰੀਆਂ ਕਿਤਾਬਾਂ ਖਰੀਦ ਕੇ ਪ੍ਰਕਾਸ਼ਕ ਤੋਂ ਇਹ ਹਰੇਕ ਸਕੂਲ 'ਚ ਭੇਜੀ ਸੀ ਕਿ ਕਾਪੀ ਦੀ। ਪੰਜਾਬੀ ਦੇ ਮਾਸਟਰ ਜੀ ਨੇ ਮੈਨੂੰ ਪੜ੍ਹਨ ਨੂੰ ਕਿਹਾ, ਮੈਂ ਪੜ੍ਹੀ। 5ਵੀਂ ਤੋਂ ਲੈ ਕੇ ਅੱਜ ਤੱਕ ਇਹ ਕਿਤਾਬ ਮੇਰੇ ਤੋਂ ਵੱਖ ਨਹੀਂ ਹੋਈ ਕਦੀ। ਲੇਕਿਨ ਆਊਟ ਆਫ ਪ੍ਰਿੰਟ ਸੀ, ਛਾਪਾ ਕਿਸੇ ਨੇ ਛਾਪੀ ਨਹੀਂ ਦੁਬਾਰਾ, ਇਹ ਸੋਚ ਕੇ ਕਿ ਇਹ ਕਿਹਨੇ ਪੜ੍ਹਨੀ ਹੈ ਜੀ। ਮੈਂ ਮੇਰੇ ਕੋਲੇ ਤਾਂ ਖਰੜਾ ਹੈਗਾ ਸੀ, ਮੈਂ ਪ੍ਰੇਰਨਾ ਦਿੱਤੀ ਨਵਰੰਗ ਪਬਲਿਸ਼ਰ ਸਮਾਣਾ ਨੂੰ। ਉਹਨਾਂ ਨੇ ਮੇਰੇ ਕਹਿਣ ਤੇ ਉਹ ਕਹਿਣ ਲੱਗੇ ਵਿਕੂਗੀ। ਮੈਂ ਕਿਹਾ ਵੱਡੇ ਵੀ ਪੜ੍ਹਨਗੇ, ਛੋਟੇ ਤਾਂ ਛੱਡੋ ਤੁਸੀਂ, ਬਹੁਤ ਕੰਮ ਦੀ ਕਿਤਾਬ ਹੈ। ਉਹ ਉਹਨਾਂ ਨੇ ਛਾਪ ਦਿੱਤੀ ਤੇ ਇਹ ਅੱਜ ਪੰਜਾਬੀ ਦਿਵਸ ਦੇ ਮੌਕੇ ਤੇ ਮੈਂ ਆਪਣੇ ਪ੍ਰਸ਼ੰਸਕਾਂ ਨੂੰ, ਪਾਠਕਾਂ ਨੂੰ, ਸਰੋਤਿਆਂ ਨੂੰ ਖੁਸ਼ਖਬਰੀ ਦਿੰਦਾ ਕਿ ਇਹ ਕਿਤਾਬ ਕਠਪੁਤਲਾ, ਇਹਦੇ ਵਿੱਚ ਨਾਇਕ ਹੈ ਪਿਨਾਕੀਓ। ਪਿਨਾਕੀਓ ਲੱਕੜ ਦਾ ਇੱਕ ਕਠਪੁਤਲਾ, ਸ਼ੁਰੂ 'ਚ ਉਹਦਾ ਜੀ ਕਰਦਾ ਕਿ ਮੈਂ ਜਿਉਂਦਾ ਜਾਗਦਾ ਹੋਣਹਾਰ ਬੱਚਾ ਬਣਾ। ਇਹ ਕਰਦਿਆਂ ਉਹਦੇ ਰਸਤੇ 'ਚ ਕਠਿਨਾਈਆਂ ਬੜੀਆਂ ਆਉਂਦੀਆਂ ਨੇ, ਮੂਰਖਤਾਈਆਂ ਬਹੁਤ ਕਰਦਾ, ਲੇਕਿਨ ਅਖੀਰ 'ਚ ਕਾਮਯਾਬ ਹੋ ਜਾਂਦਾ। ਇੱਕ ਸੁਹਿਰਦ ਤੇ ਸਿਆਣਾ ਪੜ੍ਹਿਆ ਲਿਖਿਆ ਆਗਿਆਕਾਰੀ ਬੱਚਾ ਬਣਦਾ। ਇਹ ਕਿਤਾਬ ਸਾਰਿਆਂ ਦੇ ਪੜ੍ਹਨ ਯੋਗ। ਇੱਕ ਜਿਹੜਾ ਫਿਰ ਤੁਸੀਂ 5ਵੀਂ ਦੇ ਵਿੱਚ ਹੁਣ ਜ਼ਿਕਰ ਕਰਕੇ ਹਟੇ ਹੋ ਵੀ ਉਹ ਕਹਾਣੀ ਲਿਖ ਕੇ ਭੇਜੀ, ਉਹ ਕਹਾਣੀ ਕੀ ਸੀ? ਉਹ ਵੀ ਦਰਸ਼ਕਾਂ ਨਾਲ ਸਾਂਝੀ ਕਰ ਲਓ। ਉਹ ਲੋਕ ਕਹਾਣੀ ਸੀ, ਉਹਦੇ ਵਿੱਚ ਮੇਰਾ ਆਪਣਾ ਕੁਝ ਨਹੀਂ ਸੀ। ਮੈਂ ਸੁਣੀ ਸੀ ਉਹ ਛੋਟੇ ਹੁੰਦੇ ਮਾਪਿਆਂ ਤੋਂ, ਤੇ ਸੁਣ ਕੇ ਮੈਂ ਆਪਣੀ ਬੋਲੀ 'ਚੋਂ ਲਿਖ ਦਿੱਤੀ। ਮੇਰਾ ਸਿਰਫ ਕੰਮ ਇੰਨਾ ਕਿ ਮੈਂ ਸੁਣੀ ਹੀ ਕਹਾਣੀ ਕੰਠ ਕਰਕੇ ਕਾਗਜ਼ 'ਤੇ ਉਤਾਰ ਦਿੱਤੀ। ਉਹ ਲੋਕ ਕਹਾਣੀ ਸੀ, ਉਹਦੇ ਵਿੱਚ ਮੇਰੀ ਰਚਨਾ ਨਹੀਂ ਸੀ ਕੋਈ ਨਵੀਂ, ਉਹਦੇ ਵਿੱਚ ਮੇਰਾ ਆਪਣੀ ਕੋਈ ਮੌਲਿਕ ਦੇਣ ਨਹੀਂ ਸੀ। ਓਕੇ। ਤੇ ਸਰ ਇੱਕ ਹੋਰ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਕਿ ਬਹੁਤ ਸਾਰਾ ਸਾਹਿਤ ਤੁਸੀਂ ਪੜ੍ਹਿਆ, ਦੁਨੀਆ ਭਰ ਦਾ ਸਾਹਿਤ ਪੜ੍ਹ ਕੇ, ਉਹ ਲੋਕਾਂ ਦੀਆਂ ਜੀਵਨੀਆਂ ਪੜ੍ਹ ਕੇ ਤੁਸੀਂ ਪੰਜਾਬੀ ਦੇ ਦਰਸ਼ਕਾਂ ਦੇ, ਪੰਜਾਬੀ ਸਰੋਤਿਆਂ ਦੇ ਰੂਬਰੂ ਕੀਤੀਆਂ, ਤੇ ਤੁਹਾਨੂੰ ਕਿਹੜਾ ਸਾਹਿਤ ਜ਼ਿਆਦਾ ਵਧੀਆ ਲੱਗਿਆ? ਕਿਹੜੀ ਦੁਨੀਆ ਦੀ ਜਿਵੇਂ ਜੀਵਨੀਆਂ ਤੁਸੀਂ ਪੜ੍ਹੀਆਂ, ਕੀ ਤੋਂ ਜ਼ਿਆਦਾ ਪ੍ਰਭਾਵਿਤ ਹੋਈਆਂ ਦੁਨੀਆ ਭਰ ਦੇ ਵਿੱਚ? ਦੇਖੋ, ਪ੍ਰਭਾਵਿਤ ਹੋਣ ਦਾ ਕੰਮ ਤਾਂ ਮੈਂ ਸਵੀਕਾਰ ਕਰਦਾ ਕਿ ਪੰਜਾਬੀ ਤੋਂ ਸ਼ੁਰੂ ਹੁੰਦਾ ਜੀ। ਜਿਹੜੇ ਪੰਜਾਬ ਦੇ ਬੱਚੇ ਨੇ, ਪੰਜਾਬੀ ਮਾਪਿਆਂ ਦੇ ਘਰ ਜੰਮਦੇ ਪਲਦੇ ਨੇ, ਮਾਪਿਆਂ ਦਾ ਵੀ ਫਰਜ਼ ਹੈ ਕਿ ਬੱਚਿਆਂ ਦਾ ਵੀ, ਕਿ ਉਹ ਪੰਜਾਬੀ ਦੇ ਮੁੱਢਲੇ ਸਰੋਤ ਨੇ ਜਿਹੜੇ ਸਾਡੇ ਜਨਮ ਸਾਖੀਆਂ ਵੀ, ਤੇ ਲੋਕ ਕਥਾਵਾਂ, ਪਰੀ ਕਥਾਵਾਂ ਵੀ, ਜਨੌਰ ਕਥਾਵਾਂ ਵੀ, ਰਾਜਿਆਂ ਰਾਣੀਆਂ ਦੀਆਂ ਕਥਾਵਾਂ ਵੀ। ਇਹ ਲੋਕ ਕਹਾਣੀਆਂ ਪੜ੍ਹਨ ਪਹਿਲਾਂ ਤਾਂ ਲੋਕ ਕਹਾਣੀਆਂ ਪੜ੍ਹਦਿਆਂ ਫਿਰ ਉਹਨਾਂ ਨੂੰ ਅਹਿਸਾਸ ਹੋਏਗਾ ਕਿ ਲਿਖਣਾ ਕਿਵੇਂ। ਤੋ ਇਹ ਆਪਣੇ ਵਿਕਾਸ ਕਰਨ ਦਾ ਇੱਕ ਜ਼ਰੀਆ ਹੈ, ਵਿਕਸਿਤ ਹੋਣ ਦਾ। ਤੋ ਆਪਣੀ ਬੋਲੀ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਮੈਂ ਕਿਤਾਬ, ਜਿਹਨੂੰ ਆਪਾਂ ਲਿਖਤੀ ਰੂਪ ਦੇ ਵਿੱਚ ਕਹਾਣੀ ਕਹੀਏ, ਉਹ ਜਨਮ ਸਾਖੀ ਹੈ। ਜਨਮ ਸਾਖੀ ਭਾਈ ਬਾਲਾ ਜੀ। ਕਦੀ ਕਦਾਈ ਮੈਂ ਆਪਣੇ ਦਰਸ਼ਕਾਂ ਸਰੋਤਿਆਂ ਅੱਗੇ ਜ਼ਿਕਰ ਕੀਤਾ ਇਸ ਗੱਲ ਦਾ ਕਿ ਮੈਂ ਮਾਂ ਦੇ ਸੰਦੂਕ 'ਚੋਂ ਖੇਸ ਕੱਢਣਾ ਸੀ। ਉਹ ਲੱਭਦਿਆਂ ਇੱਕ ਕਿਤਾਬ ਸਰੋਪੇ 'ਚ ਲਪੇਟੀ ਹੀ, ਉੱਥੇ ਰੁਮਾਲ 'ਚ ਲਪੇਟੀ ਹੀ ਪਈ ਸੀ। ਮੈਂ ਖੋਲ੍ਹ ਕੇ ਦੇਖੀ ਜਨਮ ਸਾਖੀ ਭਾਈ ਬਾਲਾ ਜੀ। ਉਹ ਮੈਂ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਹਦਾ। ਬਾਪੂ ਜੀ ਨੇ ਦੇਖਿਆ ਕਿ ਜਨਮ ਸਾਖੀ ਹੈ, ਉਹਨਾਂ ਨੇ ਮੈਨੂੰ ਰੇਹੜ ਲਿਆ ਕੇ ਦੇ ਦਿੱਤੀ। ਫਿਰ ਮੈਨੂੰ ਕਿਹਾ ਕਿ ਹੇਠਾਂ ਬੋਰੀ ਵਿਛਾ ਲਿਆ ਕਰ, ਬੋਰੀ ਦੇ ਉੱਪਰ ਖੱਦਰ ਦਾ ਪਰਨਾ ਵਿਛਾ ਲਿਆ ਕਰ, ਇਹ ਪਵਿੱਤਰ ਗ੍ਰੰਥ ਹੈ, ਪਾਠ ਕਰਨ ਵੇਲੇ ਸਿਰ ਢੱਕਿਆ ਕਰ। ਤੋ ਮੈਂ ਸਿਰ ਢੱਕ ਕੇ ਪਾਠ ਕਰਨਾ ਸ਼ੁਰੂ ਕਰਦਾ। ਬੱਚੇ ਸੁਣਨ ਆ ਜਾਂਦੇ, ਬੱਚਿਆਂ ਨੂੰ ਦਿਲਚਸਪ ਲੱਗਦੀਆਂ ਸਾਖੀਆਂ। ਕੁਛ ਦੇਰ ਬਾਅਦ ਵੱਡੇ ਵੀ ਸੁਣਨ ਆਉਣ ਲੱਗ ਗਏ। ਮੈਨੂੰ ਲੱਗਿਆ ਕਿ ਇਹਦੇ ਵਿੱਚ ਕੁਛ ਕੰਮ ਦਾ ਹੈ। ਤੋ ਉਹ ਬਾਰ-ਬਾਰ ਪੜ੍ਹੀ ਗਿਆ, ਯਾਦ ਹੋਈ ਗਈਆਂ ਸਾਖੀਆਂ ਮੈਨੂੰ। ਫਿਰ ਮੈਂ ਜ਼ਬਾਨੀ ਸਾਖੀਆਂ ਸੁਣਾਉਣ ਲੱਗ ਗਿਆ। ਉਹ ਸਾਖੀਆਂ ਸੁਣਾਉਣ ਦਾ ਦੀ ਜਿਹੜੀ ਬਿਰਤੀ ਸੀ, ਉਹ ਬਚਪਨ ਵਿੱਚ ਇਹੋ ਜਿਹੀ ਕਾਇਮ ਹੋਈ ਕਿ ਹੁਣ ਤੱਕ ਤੁਰੀ ਆਉਂਦੀ ਹੈ। ਅਤੇ ਹਾਲਤ ਇਹ ਹੋਈ ਹੈ ਇਹ ਬੋਲੀ ਜਿਹੜੀ ਜਨਮ ਸਾਖੀਆਂ ਦੀ, ਮੈਨੂੰ ਹੈਰਾਨੀ ਹੋਈ। ਮੇਰੇ ਬੱਚੇ ਜਦੋਂ 5ਵੀਂ 4ਵੀਂ 'ਚ ਪੜ੍ਹਦੇ ਸਨ, ਉਹਨਾਂ ਦੇ ਜਮਾਤੀ ਵੀ ਸਾਡੇ ਘਰ ਆ ਜਾਂਦੇ, ਅੰਕਲ ਸਾਖੀ ਸੁਣਾਓ। ਜਦੋਂ ਮੈਂ ਸੁਣਾਉਣ ਲੱਗ ਜਾਂਦਾ, ਬੱਚੇ ਰੌਲਾ ਪਾਉਣ ਲੱਗ ਜਾਂਦੇ, ਅੰਕਲ ਤੁਸੀਂ ਤਾਂ ਆਪਣੀ ਬੋਲੀ ਬੋਲਣ ਲੱਗ ਗਏ, ਉਹੀ ਬੋਲੀ ਬੋਲੋ ਜਿਹੜੀ ਬਾਬਾ ਜੀ ਬੋਲਦੇ ਸੀ। ਮੈਂ ਸੋਚਿਆ ਵੀ ਇਹ ਬੋਲੀ ਮੈਨੂੰ ਤਾਂ ਲੱਗਦੀ ਸੀ ਮਿੱਠੀ ਬਹੁਤ, ਬੱਚਿਆਂ ਨੂੰ ਵੀ ਕਿਉਂ ਮਿੱਠੀ ਲੱਗਦੀ ਹੈ ਜਨਮ ਸਾਖੀਆਂ ਦੀ ਬੋਲੀ। ਉਹ ਫਿਰ ਅਹਿਸਾਸ ਹੋਇਆ ਕਿ ਇਹ ਉਹੀ ਬੋਲੀ ਹੈ ਜਿਹੜੀ ਬੋਲੀ 'ਚ ਗੁਰਬਾਣੀ ਰਚੀ ਹੋਈ ਹੈ। ਗੁਰਬਾਣੀ ਦਾ ਆਨੰਦ ਆਉਂਦਾ ਹੈ, ਉਹ ਬੇਅੰਤ ਸੁਪਰੀਮ ਹੈ। ਲੇਕਿਨ ਉਹਦੇ ਤੋਂ ਬਾਅਦ, ਗੁਰਬਾਣੀ ਤੋਂ ਬਾਅਦ ਜੇ ਕੋਈ ਬੋਲੀ ਆਪਾਂ ਨੂੰ ਮਿੱਠੀ ਲੱਗਦੀ ਹੈ ਤੇ ਗੁਰੂ ਦਾ ਜਸ ਗਾਉਂਦੀ ਹੈ, ਉਹ ਜਨਮ ਸਾਖੀ ਹੈ। ਮੈਂ ਜਨਮ ਸਾਖੀਆਂ ਦਾ ਸਤਿਕਾਰ ਕੀਤਾ। ਇਹਦੇ ਬਦਲੇ 'ਚ ਮੈਨੂੰ ਇਨਾਮ ਇਹ ਮਿਲਿਆ ਕਿ ਮੇਰਾ ਸਤਿਕਾਰ ਹੋਇਆ। ਬਿਲਕੁਲ। ਤੇ ਪੰਜਾਬੀ ਦਾ ਬਹੁਤ ਵੱਡਾ ਸਾਹਿਤ ਦਾ ਭੰਡਾਰ ਹੈਗਾ। ਤੁਸੀਂ ਕਿਹੜੇ ਪੰਜਾਬੀ ਦੇ ਸਾਹਿਤਕਾਰ ਤੋਂ, ਲੇਖਕ ਤੋਂ ਪ੍ਰਭਾਵਿਤ ਹੋਏ ਹੋ?
ਉਦੋਂ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ ਉਦੋਂ ਦੱਸਿਆ ਤੁਹਾਨੂੰ ਕਿ ਬੱਚਿਆਂ ਦੇ ਮੈਗਜ਼ੀਨ ਆਉਂਦੇ ਸੀ, ਇਹ ਮੈਨੂੰ ਚੰਗੇ ਲੱਗਦੇ ਸੀ ਜੀ। ਫਿਰ ਹਿੰਦੀ ਦੇ ਬੱਚਿਆਂ ਦੇ ਮੈਗਜ਼ੀਨ ਸ਼ੁਰੂ ਹੋ ਗਏ ਪੜ੍ਹਨ। ਮੈਂ 9ਵੀਂ 10ਵੀਂ 'ਚ ਬੱਚਿਆਂ ਦੇ ਮੈਗਜ਼ੀਨ ਪੜ੍ਹਨੇ ਸ਼ੁਰੂ ਕੀਤੇ। ਸਕੂਲ 'ਚ ਆਉਂਦੇ ਸੀ, ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਮੈਂ ਹਿੰਦੀ ਦੇ ਮੈਗਜ਼ੀਨ ਆਪਣੇ ਘਰ ਮੰਗਵਾ ਜੀ। ਹਿੰਦੀ ਦੇ ਇਹ ਕੱਟਿਓ ਤੁਸੀਂ ਵਿੱਚ ਗੜਬੜਾ ਤਾਂ ਉਹਦੇ ਤੋਂ ਬਾਅਦ ਫਿਰ ਪੰਜਾਬੀ 'ਚ ਤੇ ਹਿੰਦੀ ਵਿੱਚ ਰੂਸੀ ਲੋਕ ਕਥਾਵਾਂ ਆਈਆਂ। ਕਾਗਜ਼ ਗਜ਼ਬ ਦਾ, ਛਪਾਈ ਗਜ਼ਬ ਦੀ, ਜਿਲਦਾਂ ਬੜੀਆਂ ਮਜ਼ਬੂਤ। ਫਿਰ ਅਸੀਂ ਬੱਚਿਆਂ ਨੇ ਰੂਸੀ ਲੋਕ ਕਹਾਣੀਆਂ ਪੜ੍ਹੀਆਂ। ਇਹ ਸੀ 10ਵੀਂ ਤੱਕ ਦਾ। 10ਵੀਂ ਤੋਂ ਬਾਅਦ ਫਿਰ ਮੈਂ ਦੁਨੀਆ ਦੇ ਵੱਡੇ ਸਾਹਿਤਕਾਰ ਪੜ੍ਹਨੇ ਸ਼ੁਰੂ ਕੀਤੇ, ਜਿਨ੍ਹਾਂ 'ਚੋਂ ਸਭ ਤੋਂ ਚੰਗਾ ਮੈਨੂੰ BA ਦੇ ਦੌਰਾਨ ਜੀਨ ਜੈਕ ਰੂਸੋ ਲੱਗਿਆ। ਜੀਨ ਜੈਕ ਰੂਸੋ ਦੀ ਕਿਤਾਬ ਹੈ ਜਿਹੜੀ ਆਪ ਬੀਤੀਆਂ, ਉਹ ਪੜ੍ਹਨ ਵਾਲੀ ਹੈ। 400 ਪੰਨਿਆਂ ਦੀ ਪਲੱਸ ਕਿਤਾਬ ਹੈ ਇਹ। ਉਸ ਕਿਤਾਬ ਦੇ ਵਿੱਚ ਮਾਸੂਮੀਅਤ ਕਿਹੋ ਜਿਹੀ ਹੈ, ਕਸ਼ਟ ਕਿਵੇਂ ਝੱਲਦਾ ਹੈ, ਆਪਣੇ ਆਪ ਨੂੰ ਢਾਲਦਾ ਕਿਵੇਂ ਵਕਤ ਦੇ ਅਨੁਸਾਰ, ਬੰਦਾ ਇੰਨੇ ਸੰਕਟ 'ਚ ਘਿਰਿਆ ਹੋਇਆ ਕਿਵੇਂ ਜੀਵੀ ਜਾਂਦਾ ਹੈ, ਇਹ ਜੀਨ ਜੈਕ ਰੂਸੋ ਨੂੰ ਸਲਾਮ। ਇਹਦਾ ਮੇਰੇ ਤੇ ਅਸਰ ਹੋਇਆ। ਮੈਂ ਸੋਚਿਆ ਕਿ ਕਦੀ ਨਾ ਕਦੀ ਜਦੋਂ ਸਮਰੱਥਾ ਮਿਲੀ ਆਪਾਂ ਇਸ ਕਿਤਾਬ ਬਾਰੇ ਲਿਖਾਂਗੇ, ਇਸ ਕਿਤਾਬ ਬਾਰੇ ਸੁਣਾਵਾਂਗੇ। ਤਾਂ ਮੈਂ ਇਸ ਕਿਤਾਬ 'ਤੇ ਇੱਕ ਲੇਖ ਵੀ ਲਿਖਿਆ ਸੀ, ਆਪਣੇ ਪਾਠਕਾਂ ਨੂੰ ਇਹਦੇ ਵਿਚਲੀਆਂ ਗੱਲਾਂ ਵੀ ਅਕਸਰ ਸੁਣਾਉਂਦਾ ਰਹਿਣਾ। ਇਹ ਮੈਨੂੰ ਚੰਗੀ ਲੱਗੀ ਸੀ BA 'ਚ ਜੀ। ਤੇ MA 'ਚ ਫਿਰ ਵਾਹ ਪਿਆ ਹੋਰ ਵੱਡਿਆਂ ਲੇਖਕਾਂ ਨਾਲ। ਪ੍ਰੋਫੈਸਰ ਗੁਲਵੰਤ ਸਿੰਘ ਮੇਰੇ ਅਧਿਆਪਕ ਸਨ, ਦਲੀਪ ਕੌਰ ਟਿਵਾਣਾ, ਪ੍ਰੋਫੈਸਰ GS ਰਿਆਲ ਕਦੀ ਕਦਾਈ ਆਉਂਦੇ, ਡਾਕਟਰ ਹਰਭਜਨ ਸਿੰਘ ਦਿੱਲੀ ਵਾਲੇ, ਉਹ ਡਾਕਟਰ ਮੋਹਨ ਸਿੰਘ ਦੀਵਾਨਾ। ਮੈਂ ਆਪਣੇ ਪੰਜਾਬੀ ਦਿਵਸ ਦੇ ਮੌਕੇ 'ਤੇ ਡਾਕਟਰ ਹਰਭਜਨ ਸਿੰਘ ਹੋਰਾਂ ਦੀ ਇੱਕ ਗੱਲ ਜ਼ਰੂਰ ਸੁਣਾਉਣੀ ਮੁਨਾਸਿਬ ਸਮਝਦਾ, ਜੋ ਉਹਨਾਂ ਨੇ ਉਦੋਂ ਸੁਣਾਈ ਜਦੋਂ ਮੈਂ MA ਵਿੱਚ ਪੜ੍ਹਦਾ ਸਾਂ। ਬਤੌਰ ਵਿਜ਼ਿਟਿੰਗ ਪ੍ਰੋਫੈਸਰ ਕਲਾਸ ਲੈਣ ਆਏ, ਪੁੱਛਣ ਲੱਗੇ ਕਿੰਨੀਆਂ ਨੇ ਕਿਤਾਬਾਂ ਪੜ੍ਹੀਆਂ ਨੇ ਪ੍ਰੋਫੈਸਰ ਪੂਰਨ ਸਿੰਘ ਤੇ। ਘੱਟ ਪੜ੍ਹੀਆਂ ਸੀ। ਕੁਝ ਹੋਰ ਲੇਖਕਾਂ ਬਾਰੇ ਪੁੱਛਿਆ, ਘੱਟ ਪੜ੍ਹੇ ਸੀ। ਕਹਿਣ ਲੱਗੇ ਬੱਚਿਓ, ਤੁਹਾਨੂੰ ਪੂਰਨ ਸਿੰਘ ਬਾਰੇ ਮੈਂ ਫਿਰ ਦੱਸਾਂਗਾ ਗੱਲਾਂ, ਪਹਿਲਾਂ ਇੱਕ ਕਹਾਣੀ ਸੁਣਾਣੀ। ਕਹਾਣੀ ਤੁਸੀਂ ਸੁਣੀ ਹੋਈ ਹੈ, ਕਹਾਣੀ ਵੀ ਸਾਰੀ ਨਹੀਂ ਸੁਣਾਣੀ, ਕਹਾਣੀ ਦਾ ਪਹਿਲਾ ਵਰਕ ਹੀ ਸੁਣਾਊਂਗਾ। ਪਹਿਲਾ ਪੈਰਾ ਉਹਨਾਂ ਨੇ ਜੋ ਸੁਣਾਇਆ ਉਹ ਇਹ ਸੀ ਕਿ ਸ਼ਿਕਾਰ ਖੇਡਣ ਗਿਆ ਇੱਕ ਰਾਜਕੁਮਾਰ ਜੰਗਲ 'ਚ ਜਾ ਕੇ ਰਸਤਾ ਭੁੱਲ ਗਿਆ, ਭਟਕ ਗਿਆ। ਆਵਾਜ਼ਾਂ ਮਾਰੀਆਂ, ਕੋਈ ਜਵਾਬ ਨਹੀਂ ਆਇਆ। ਬਹੁਤ ਉੱਚੇ ਦਰਖਤ 'ਤੇ ਚੜ੍ਹ ਕੇ ਦੇਖਿਆ, ਇੱਕ ਪਾਸੇ ਜੰਗਲ ਮੁੱਕਦਾ ਸੀ, ਉਸ ਪਾਸੇ ਘਾਹ ਸ਼ੁਰੂ ਹੁੰਦਾ ਸੀ, ਮੈਦਾਨ ਸ਼ੁਰੂ ਹੁੰਦਾ ਸੀ। ਉਸ ਦਿਸ਼ਾ 'ਚ ਵੱਧਦਾ ਗਿਆ, ਜੰਗਲ ਮੁੱਕਿਆ, ਘਾਹ ਦਾ ਮੈਦਾਨ ਆਇਆ। ਦੂਰ ਸਾਰੇ ਇੱਕ ਸਫੈਦ ਮਹਿਲ ਦੇ ਨੇੜੇ ਗਿਆ, ਆਵਾਜ਼ਾਂ ਮਾਰੀਆਂ, ਕੋਈ ਪਰਿੰਦਾ, ਕੋਈ ਮਨੁੱਖ ਨਹੀਂ ਦਿਸਿਆ। ਫਿਰ ਆਪਣੇ ਹੱਥ ਨਾਲ ਦਸਤਕ ਦਿੱਤੀ ਦਰਵਾਜ਼ੇ 'ਤੇ, ਖੁੱਲ੍ਹ ਗਿਆ। ਅੰਦਰ ਗਿਆ, ਬਹੁਤ ਵੱਡਾ ਮਹਿਲ ਦਾ ਖੂਬਸੂਰਤ ਕਮਰੇ 'ਚ ਇੱਕ ਰਾਜਕੁਮਾਰੀ ਸੁੱਤੀ ਪਈ। ਆਵਾਜ਼ ਮਾਰੀ ਨੇੜੇ ਜਾ ਕੇ, ਉੱਠੀ ਨਹੀਂ। ਆਪਣੇ ਹੱਥ ਉਹਦੇ ਪੈਰ ਨੂੰ ਛੁਹਾਏ। ਜਦੋਂ ਹੱਥ ਪੈਰ ਨੂੰ ਛੁਹਾਇਆ, ਰਾਜਕੁਮਾਰੀ ਨੇ ਅੱਖਾਂ ਖੋਲ੍ਹੀਆਂ, ਪਲੰਗ ਤੋਂ ਉੱਠੀ, ਹੱਥ ਜੋੜ ਕੇ ਕਿਹਾ, ਮੈਨੂੰ ਸਰਾਪ ਲੱਗਿਆ ਹੋਇਆ ਸੀ ਕਿ ਉਦੋਂ ਤੱਕ ਮੂਰਛਿਤ ਰਹੇਂਗੀ ਜਦੋਂ ਤੱਕ ਮਨੁੱਖ ਜਾਤੀ ਤੈਨੂੰ ਛੂੰਹਦੀ ਨਹੀਂ। ਉਦੋਂ ਤੇਰੀ ਬੇਹੋਸ਼ੀ ਟੁੱਟੇਗੀ ਜਦੋਂ ਮਨੁੱਖ ਨੇ ਤੈਨੂੰ ਛੂਹਿਆ। ਅੱਜ ਤੁਸੀਂ ਮੇਰੇ ਘਰ ਆਏ, ਮੇਰੇ ਮਹਿਲ 'ਚ ਆਏ, ਮੈਨੂੰ ਛੂਹਿਆ, ਮੇਰੀ ਬੇਹੋਸ਼ੀ ਟੁੱਟੀ। ਅੱਜ ਤੋਂ ਬਾਅਦ ਮੈਂ ਤੁਹਾਡੀ ਬੰਦੀ, ਇਹਨਾਂ ਮਹਿਲਾਂ ਦੇ ਮਾਲਕ ਤੁਸੀਂ। ਰਾਜਕੁਮਾਰ ਨੂੰ ਇਹ ਸ਼ਬਦ ਕਹੇ। ਇਹ ਕਹਾਣੀ ਸੁਣਾ ਕੇ ਡਾਕਟਰ ਹਰਭਜਨ ਸਿੰਘ ਕਹਿੰਦੇ, ਬਸ ਇੱਥੇ ਤੱਕ ਕਹਾਣੀ ਸੁਣਾਣੀ ਸੀ ਤੁਹਾਨੂੰ। ਬੱਚਿਓ, ਤੁਸੀਂ ਸਾਰੇ ਦੇ ਸਾਰੇ ਭਟਕੇ ਹੋਏ ਰਾਜਕੁਮਾਰ ਹੋ। ਕਿਤਾਬਾਂ ਸੁੱਤੀਆਂ ਹੋਈਆਂ ਰਾਜਕੁਮਾਰੀਆਂ ਨੇ। ਜਦੋਂ ਤੁਸੀਂ ਇਹਨਾਂ ਨੂੰ ਛੂਹੋਗੇ, ਇਹ ਅੱਖਾਂ ਖੋਲ੍ਹਣਗੀਆਂ, ਤੁਹਾਡੇ ਅੱਗੇ ਹੱਥ ਬੰਨਣਗੀਆਂ, ਕਹਿਣਗੀਆਂ ਅਸੀਂ ਤੁਹਾਡੀਆਂ ਬੰਦੀਆਂ, ਅਸੀਂ ਤੁਹਾਡੇ ਵਾਸਤੇ ਰਚੀਆਂ ਗਈਆਂ ਸੀ, ਸਾਡੀ ਸਾਰੀ ਜਾਇਦਾਦ ਅੱਜ ਤੋਂ ਬਾਅਦ ਤੁਹਾਡੀ ਜਾਇਦਾਦ ਹੋਈ। ਕਿਤਾਬ ਨਾਲ ਪ੍ਰੇਮ ਇਸ ਤਰ੍ਹਾਂ ਕਰਵਾਉਂਦੇ ਸੀ ਸਾਡੇ ਟੀਚਰ ਜੀ। ਤੇ ਹੋਰ ਤੁਸੀਂ ਜਿਵੇਂ ਇੱਕ ਬਲਵੰਤ ਗਾਰਗੀ ਦਾ ਕਿੱਸਾ ਜਿਹੜਾ ਹੈ ਤੁਸੀਂ ਸੁਣਾਉਂਦੇ ਹੁੰਦੇ ਹੋ, ਉਹ ਬੜਾ ਮਤਲਬ ਲੋਕਪ੍ਰਿਯ ਹੈਗਾ, ਲੋਕ ਸੁਣਨਾ। ਉਹ ਮੈਨੂੰ ਵੀ ਬਹੁਤ ਪਿਆਰੇ ਲੱਗਦੀ ਹੈ ਘਟਨਾ ਉਹਦੀ। ਬਲਵੰਤ ਗਾਰਗੀ ਦੇਖੋ ਬਾਣੀਆਂ ਦਾ ਮੁੰਡਾ ਜੀ, ਉਹਨੇ ਕਦੇ ਦਾਅਵਾ ਨਹੀਂ ਕੀਤਾ ਮੈਨੂੰ ਸਿੱਖੀ ਬਾਰੇ ਜਾਣਕਾਰੀ ਹੈ, ਤੇ ਸ਼ਬਦ ਚਿੱਤਰ ਲਿਖਣ 'ਚ ਉਹਦਾ ਕੋਈ ਮੁਕਾਬਲਾ ਨਹੀਂ। ਸ਼ੁਰੂਆਤ ਹੀ ਉਹਨੇ ਲੇਖਕਾਂ ਤੇ ਸ਼ਬਦ ਚਿੱਤਰ ਉਹਨੇ ਲਿਖੇ ਸੀ ਪਹਿਲਾਂ। ਪੰਜਾਬੀ ਦੇ ਜਿਹੜੇ ਪਿਆਰੇ ਲੇਖਕ ਮੈਨੂੰ ਚੰਗੇ ਲੱਗੇ, ਉਹਨਾਂ ਵਿੱਚੋਂ ਬਲਵੰਤ ਗਾਰਗੀ ਇੱਕ ਹੈ। ਤੁਸੀਂ ਉਹਦੀ ਪੰਜਾਬੀ ਦੇਖੋ, ਹਾਲਾਂਕਿ ਉਹਨੇ ਪੰਜਾਬੀ ਦੀ MA ਨਹੀਂ ਕੀਤੀ ਤੇ ਪੰਜਾਬੀ ਦਾ ਵਿਦਿਆਰਥੀ ਨਹੀਂ ਰਿਹਾ ਉਹ। ਬਲਵੰਤ ਗਾਰਗੀ ਨੇ ਤਾਂ ਅੰਗਰੇਜ਼ੀ ਦੀ MA ਲਾਹੌਰ 'ਚੋਂ ਕੀਤੀ ਸੀ, PhD ਅਮਰੀਕਾ ਤੋਂ ਕੀਤੀ ਸੀ, ਤੇ ਸਾਰੀ ਉਮਰ ਨਾਟਕ ਲਿਖਦਾ ਤੇ ਨਾਟਕ ਖੇਡਦਾ ਤੇ ਨਾਟਕ ਪੜ੍ਹਾਉਂਦਾ ਰਿਹਾ। ਰਿਟਾਇਰਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੋਈ ਸੀ। ਇਹਦੇ ਬਾਵਜੂਦ ਉਹਦੀ ਪੰਜਾਬੀ ਇਹੋ ਜਿਹੀ ਠੁੱਕਦਾਰ ਹੈ, ਚਾਹੇ ਤੁਸੀਂ ਉਹਦੇ ਸ਼ਬਦ ਚਿੱਤਰ ਪੜ੍ਹ ਲਓ, ਚਾਹੇ ਤੁਸੀਂ ਉਹਦੇ ਲਿਖੇ ਲੇਖ ਪੜ੍ਹ ਲਓ, ਕਹਾਣੀਆਂ ਪੜ੍ਹ ਲਓ,
ਆਪਣੇ ਆਪ 'ਚ ਕਮਾਲ। ਉਹ ਮੈਂ BA 'ਚ ਪੜ੍ਹਦਾ ਸੀ, ਇੱਕ ਉਹਨਾਂ ਦਾ ਲਿਖਿਆ ਹੋਇਆ ਲੇਖ ਭਾਸ਼ਾ ਵਿਭਾਗ ਰਾਹੀਂ ਪੰਜਾਬ ਸਰਕਾਰ ਨੇ ਵੰਡਿਆ ਸੀ। ਉਹ ਮੈਨੂੰ ਮੇਰੇ ਅਧਿਆਪਕ ਨੇ ਦਿੱਤਾ ਸੀ। ਮੈਨੂੰ ਕਹਿਣ ਲੱਗੇ ਪੜ੍ਹ ਲੈ, ਹੋ ਸਕਦਾ ਤੈਨੂੰ ਅਜੇ ਸਮਝ ਨਾ ਆਏ, ਲੇਕਿਨ ਇਹਨੂੰ ਸੰਭਾਲ ਕੇ ਰੱਖੀ, ਕੰਮ ਦੀ ਚੀਜ਼ ਹੈ। ਹੁਣ ਮੈਂ ਇਸ ਕਰਕੇ ਆਪਣੇ ਦਰਸ਼ਕਾਂ ਅੱਗੇ ਇਸ ਘਟਨਾ ਦਾ ਜ਼ਿਕਰ ਕਰਨ ਲੱਗਿਆ ਕਿ ਬਲਵੰਤ ਗਾਰਗੀ ਜਿਹੜਾ ਕਦੀ ਦਾਅਵਾ ਨਹੀਂ ਕਰਦਾ ਮੈਂ ਪੰਜਾਬੀ ਦਾ ਅਧਿਆਪਕ ਹਾਂ, ਮੈਨੂੰ ਪੰਜਾਬੀ ਆਉਂਦੀ ਹੈ ਜਾਂ ਮੈਨੂੰ ਸਿੱਖੀ ਦੀ ਜਾਣਕਾਰੀ ਹੈ, ਉਹ ਤਾਂ ਬਾਣੀਆਂ ਦਾ ਮੁੰਡਾ ਸੀ ਜੀ। ਸਿੱਖੀ ਬਾਰੇ ਕੋਈ ਦਾਅਵਾ ਹੀ ਨਹੀਂ ਉਹਦਾ ਕਿ ਉਹਨੂੰ ਆਉਂਦੀ ਹੈ, ਜਾਣਕਾਰੀ ਹੈ ਕੋਈ। ਉਹਨੇ ਇਸ ਪੈਂਫਲੇਟ ਦੇ ਵਿੱਚ ਪਹਿਲੇ ਪੰਨੇ ਦੇ ਉੱਤੇ ਇੱਕ ਘਟਨਾ ਦਾ ਜ਼ਿਕਰ ਕੀਤਾ। ਲਿਖਦਾ ਹੈ ਕਿ ਵੱਡਾ ਭਰਾ ਕੁਲਵੰਤ, ਮੈਂ ਛੋਟਾ ਬਲਵੰਤ, ਇੱਕ ਸਵੇਰ ਮਾਂ ਨੇ ਸਾਨੂੰ ਸਵਖਤੇ ਜਗਾਇਆ, ਇਸ਼ਨਾਨ ਕਰਾਇਆ ਤੇ ਪਿੰਡ ਦੇ ਬਾਹਰ ਇੱਕ ਸਾਧੂ ਦੇ ਟਿੱਲੇ ਤੇ ਲੈ ਗਈ। ਮਾਂ ਨੇ ਮੱਥਾ ਟੇਕਿਆ ਤਾਂ ਦੇਖ ਕੇ ਅਸੀਂ ਵੀ ਮੱਥਾ ਟੇਕ ਦਿੱਤਾ। ਮਾਂ ਕਹਿੰਦੀ ਬਾਬਾ ਜੀ ਇਸ ਲਈ ਆਈਆਂ ਤੁਹਾਡੇ ਦਰਬਾਰ 'ਚ ਕਿ 2 ਬੱਚੇ ਨੇ ਮੇਰੇ, ਇਹ ਮੈਂ ਦੋਵਾਂ ਨੂੰ ਤਾਂ ਪੜ੍ਹਾ ਨਹੀਂ ਸਕਦੀ ਜੀ, ਦੋਵਾਂ 'ਚੋਂ ਇੱਕ ਨੂੰ ਪੜ੍ਹਾਉਣ ਦੀ ਸੱਤੇ, ਇਹ ਪੁੱਛਣ ਆਈਆਂ ਵੀ ਦੋਵਾਂ 'ਚੋਂ ਕਿਹਦੇ ਢਿੱਡ 'ਚ 4 ਅੱਖਰ ਪੈਣਗੇ ਜਿਹਨੂੰ ਤੁਸੀਂ ਕਹੋਗੇ ਮੈਂ ਉਹਨੂੰ ਸਕੂਲ 'ਚ ਦਾਖਲ ਕਰਵਾ ਦੂੰ। ਕਹਿੰਦੇ ਜੀ ਉਹ ਬਾਬੇ ਨੇ ਮੇਰੇ ਵੱਲ ਹੱਥ ਕਰ ਦਿੱਤਾ, ਇਹਨੂੰ ਪੜ੍ਹਨ ਲਾ ਦੇ ਜੀ। ਮਾਂ ਕੁਲਵੰਤ ਨੂੰ ਘਰ ਛੱਡ ਗਈ, ਮੈਨੂੰ ਆਪਣੇ ਨਾਲ ਲੈ ਗਈ ਗੁਰਦੁਆਰੇ ਜੀ, ਮੱਥਾ ਟਿਕਾਇਆ ਤੇ ਗੁਰਦੁਆਰੇ ਛੱਡੇ। 2 ਦਿਨ 4 ਦਿਨ ਮੈਂ ਉੱਥੇ ਬੱਚਿਆਂ ਨਾਲ ਖੇਡਦਾ ਰਿਹਾ। ਇੱਕ ਦਿਨ ਮੈਂ ਬੱਚਿਆਂ ਨੂੰ ਪੁੱਛਿਆ ਵੀ ਇੱਥੇ ਪੜ੍ਹਾਊਗਾ ਆਪਾਂ ਨੂੰ ਕੌਣ? ਬੱਚਿਆਂ ਨੇ ਮੈਨੂੰ ਦੱਸਿਆ ਕਿ ਇਹ ਗੁਰਦੁਆਰਾ ਇੱਕ ਨਿਹੰਗ ਸਿੰਘ ਬਾਬਾ ਜੀ ਦਾ, ਬਹੁਤਾ ਉਹ ਦੌਰਿਆਂ ਤੇ ਰਹਿੰਦੇ ਨੇ, ਜਦੋਂ ਆਉਂਦੇ ਨੇ ਪਿਛਲੀ ਸੰਥਿਆ ਸੁਣ ਲੈਂਦੇ ਨੇ, ਅਗਲੀ ਸੰਥਿਆ ਦੇ ਦਿੰਦੇ ਨੇ ਜੀ। ਇਸ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ ਇੱਥੇ ਤਾਂ। ਇੱਕ ਦਿਨ ਰੌਲਾ ਪੈ ਗਿਆ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ, ਬੱਚੇ ਇੱਕ ਲਾਈਨ 'ਚ ਖਲੋ ਗਏ ਸਾਰੇ ਜਣੇ। ਮੈਂ ਵੀ ਲਾਈਨ 'ਚ ਲੱਗ ਗਿਆ ਤੇ ਦੇਖਿਆ ਘੋੜੇ ਤੇ ਸਵਾਰ, ਨੀਲਾ ਬਾਣਾ, ਹੱਥ 'ਚ ਨੇਜ਼ਾ, ਨਿਹੰਗ ਸਿੰਘ ਆ ਰਹੇ ਸਨ। ਸਰਪਟ ਘੋੜਾ ਦੌੜਦਾ ਹੋਇਆ। ਘੋੜਾ ਰੁਕਿਆ, ਅਸੀਂ ਸਾਰੇ ਬੱਚਿਆਂ ਨੇ ਫਤਿਹ ਬੁਲਾਈ। ਸਾਰੇ ਬੱਚਿਆਂ ਵੱਲ ਬਾਬਾ ਜੀ ਨੇ ਧਿਆਨ ਨਾਲ ਦੇਖਿਆ, ਮੇਰੇ ਵੱਲ ਨੇਜ਼ੇ ਦੀ ਨੋਕ ਕਰਕੇ ਕਹਿੰਦੇ ਤੂੰ ਕਿਹਨਾਂ ਦਾ ਮੁੰਡਾ ਹੈ ਬਈ ਜੀ? ਮੈਂ ਆਪਣੇ ਬਾਊ ਜੀ ਦਾ ਨਾਂ ਦੱਸਿਆ, ਕਿਹਾ ਜੀ ਬਾਣੀਆਂ ਦਾ ਮੁੰਡਾ। ਮੈਨੂੰ ਕਹਿੰਦੇ ਖੇਡਣ ਆਉਂਦਾ ਹੁੰਦਾ ਇੱਥੇ? ਮੈਂ ਕਿਹਾ ਨਹੀਂ ਬਾਬਾ ਜੀ ਪੜ੍ਹਨ ਆਉਂਦਾ ਹੁੰਦਾ। ਕਹਿੰਦੇ ਕੀ ਪੜ੍ਹਿਆ ਸੁਣਾ ਮੈਨੂੰ। ਮੈਂ ਕਿਹਾ ਬਾਬਾ ਜੀ ਤੁਸੀਂ ਸੰਥਿਆ ਤਾਂ ਦਿੱਤੀ ਨਹੀਂ ਅਜੇ, ਸੰਥਿਆ ਦਿਓਗੇ ਫਿਰ ਮੈਂ ਯਾਦ ਕਰੂੰਗਾ, ਫਿਰ ਤੁਹਾਨੂੰ ਸੁਣਾਊਂਗਾ ਜੀ। ਬਾਕੀ ਬੱਚਿਆਂ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ। ਘੋੜੇ ਦੀ ਕਾਠੀ ਤੇ ਬੈਠਿਆਂ ਬਿਠਾਇਆ ਨਿਹੰਗ ਬਾਬਾ ਜੀ ਨੇ ਨੇਜ਼ੇ ਦੀ ਨੋਕ ਨਾਲ ਜ਼ਮੀਨ ਉੱਤੇ ਪਹਿਲਾਂ ਏਕਾ ਵਾਹਿਆ, ਫਿਰ ਖੁੱਲ੍ਹੇ ਮੂੰਹ ਵਾਲਾ ਊੜਾ। ਮੈਨੂੰ ਕਹਿੰਦੇ ਆਖ ਇੱਕ ਓਂਕਾਰ ਤੇ ਮੱਥਾ ਟੇਕ ਜੀ। ਮੈਂ ਆਖਿਆ ਇੱਕ ਓਂਕਾਰ, ਗੋਡੇ ਜ਼ਮੀਨ ਤੇ ਲਾਏ, ਮੱਥਾ ਜ਼ਮੀਨ ਤੇ ਛੁਹਾਇਆ, ਇੱਕ ਓਂਕਾਰ ਨੂੰ ਮੱਥਾ ਟੇਕਿਆ। ਬਾਬਾ ਜੀ ਕਹਿੰਦੇ ਇਹ ਤੇਰਾ ਪਹਿਲਾ ਸਬਕ ਹੈ, ਇਹਨੂੰ ਹੁਣ ਯਾਦ ਰੱਖੀ, ਭੁੱਲੀ ਨਾ। ਮੈਂ ਕਿਹਾ ਬਾਬਾ ਜੀ ਯਾਦ ਰੱਖੂੰਗਾ। ਗਾਰਗੀ ਲਿਖਦਾ ਹੈ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਇਹ ਸੀ। ਫਿਰ ਗਾਰਗੀ ਲਿਖਦਾ ਹੈ ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹੀ ਹੈ। ਮੇਰੀ ਬਾਕੀ ਦੀ ਵਿੱਦਿਆ ਇਹਨਾਂ 2 ਸਬਕਾਂ ਦੇ ਵਿਚਕਾਰ ਹੈ ਜੀ। ਗਾਰਗੀ ਇਹ ਤੋਂ ਇਸ ਗੱਲ ਨੂੰ ਭੁੱਲਦਾ ਨਹੀਂ। ਗਾਰਗੀ ਫਿਰ ਲਿਖਦਾ ਹੈ ਇਸ ਲੇਖ ਦੇ ਵਿੱਚ, ਕਹਿੰਦਾ ਮੈਨੂੰ ਇਹ ਘਟਨਾ ਕਦੀ ਨਹੀਂ ਵਿਸਰੀ, ਕਦੀ ਧੁੰਦਲੀ ਨਹੀਂ ਪਈ, ਸਗੋਂ ਕਦੇ ਕਦੇ ਇਉਂ ਲੱਗਦਾ ਹੁੰਦਾ ਹੈ ਕਿ ਜਿੱਥੇ ਜ਼ਮੀਨ ਅਤੇ ਅਸਮਾਨ ਮਿਲਦੇ ਨੇ ਉਸ ਥਾਂ ਤੋਂ ਘੋੜੇ ਤੇ ਸਵਾਰ ਨੀਲੇ ਬਾਣੇ 'ਚ ਕੋਈ ਯੋਧਾ ਆਏਗਾ ਤੇ ਧਰਤੀ ਦੇ ਵਰਕੇ ਤੇ ਨਿਸ਼ਾਨ ਸਾਹਿਬ ਨਾਲ ਲਿਖੇਗਾ ਏਕ ਓਂਕਾਰ, ਸੰਸਾਰ ਕਹੇਗਾ ਏਕ ਓਂਕਾਰ ਤੇ ਇਸ ਨੂੰ ਮੱਥਾ ਟੇਕੇਗਾ। ਮੇਰੇ ਮਨ 'ਤੇ ਇੰਪ੍ਰੈਸ਼ਨ ਇਹ ਨੇ। ਤੋ ਦਰਸ਼ਕੋ ਤੁਸੀਂ ਕਦੀ ਜੇ ਗਾਰਗੀ ਦੀ ਕਿਸੇ ਕਹਾਣੀ 'ਚ, ਕਿਸੇ ਲਿਖਤ ਦੇ ਵਿੱਚ ਜੇ ਕਿਸੇ ਗੁਰਦੁਆਰੇ ਦਾ ਤੁਸੀਂ ਜ਼ਿਕਰ ਦੇਖੋਗੇ, ਉਸ ਗੁਰਦੁਆਰੇ ਦਾ ਮੁਖੀ ਹੈ ਜਿਹੜਾ ਸੇਵਾਦਾਰ, ਉਹ ਨਿਹੰਗ ਸਿੰਘ ਹੁੰਦਾ ਜੀ। ਇਹ ਉਹਦੇ 'ਤੇ ਅਸਰ ਹੈ ਬਚਪਨ ਦਾ। ਆਪਣੇ ਬਚਪਨ 'ਚ ਜੋ ਅਸੀਂ ਦੇਖਿਆ, ਜੋ ਸੁਣਿਆ, ਜੋ ਪੜ੍ਹਿਆ, ਉਹ ਸਾਰੀ ਉਮਰ ਭੁੱਲਦਾ ਨਹੀਂ। ਇਸੇ ਕਰਕੇ ਮੈਂ ਬਾਲ ਸਾਹਿਤ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ। ਸਾਡੇ ਬੱਚਿਆਂ ਨੂੰ ਜਿਹੋ ਜਿਹਾ ਅਮੀਰ ਸਾਹਿਤ ਮਿਲੇਗਾ ਓਨੇ ਕੁ ਅਮੀਰ ਹੋ ਜਾਣਗੇ। ਦੂਜਾ ਭਰਾ ਦਾ ਕੀ ਬਣਿਆ ਉਹਨਾਂ ਦਾ? 2 ਆਏ। ਹਾਂ, ਗਾਰਗੀ ਲਿਖਦਾ ਹੈ, ਗਾਰਗੀ ਇਸ ਲੇਖ ਦੇ ਵਿੱਚ ਲਿਖਦਾ ਹੈ ਕਿ ਸਾਧੂ ਨੇ ਮੇਰੇ ਵੱਲ ਹੱਥ ਕਰ ਦਿੱਤਾ, ਮੈਨੂੰ ਪੜ੍ਹਨ ਲਾ ਦਿੱਤਾ ਜੀ। ਜੇ ਕਿਤੇ ਮੇਰੇ ਭਰਾ ਵੱਲ ਹੱਥ ਕਰ ਦਿੰਦਾ ਤਾਂ ਮੈਂ ਹੁਣ ਆੜਤੀਆ ਹੋਣਾ ਸੀ। ਹੁਣ ਮੈਂ ਪ੍ਰੋਫੈਸਰ ਹਾਂ, ਮੇਰਾ ਭਰਾ ਆੜਤੀ ਹੈ। ਤੋ ਵੱਡਿਆਂ ਦੇ ਬੋਲ ਤੇ ਇਸ਼ਾਰੇ ਤਕਦੀਰਾਂ ਬਦਲ ਦਿੰਦੇ ਨੇ। ਗਾਰਗੀ ਇਉਂ ਯਾਦ ਕਰਦਾ। ਤੇ ਬਹੁਤ ਸਾਰੀਆਂ ਗੱਲਾਂ ਹੈਗੀਆਂ, ਆਪਾਂ ਸਮੇਂ-ਸਮੇਂ ਤੇ ਕਰਦੇ ਵੀ ਰਹਾਂਗੇ ਜੀ। ਤੇ ਪੰਜਾਬੀ ਦੇ ਜਿਹੜੇ ਪਾਠਕ ਨੇ, ਦਰਸ਼ਕ ਨੇ, ਇਸ ਕੌਮਾਂਤਰੀ ਮਾਣ ਦਿਵਸ ਮੌਕੇ ਤੇ ਤੁਸੀਂ ਕੀ ਉਹਨਾਂ ਨੂੰ ਬੇਨਤੀ, ਅਪੀਲ ਕੀ ਕਰੋਗੇ? ਮੈਂ ਆਪਣੀਆਂ ਗੱਲਾਂ ਦੇ ਵਿੱਚ ਜ਼ਿਕਰ ਕਰ ਚੁੱਕਿਆ ਕਿ ਉਦਾਸ ਹੋਣ ਦੀ ਲੋੜ ਭੋਰਾ ਨਹੀਂ ਜੀ,
ਅੰਗਰੇਜ਼ੀ ਸਕੂਲਾਂ 'ਚ, ਮਹਿੰਗੇ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਓ, ਤੁਹਾਡੇ ਕੋਲ ਪੈਸੇ ਨੇ, ਤੁਹਾਡੇ ਕੋਲ ਸਮਰੱਥਾ ਹੈ। ਮੈਂ ਆਪਣੀ ਗੱਲ ਦੱਸ ਸਕਦਾ ਕਿ ਮੈਂ ਸਰਕਾਰੀ ਸਕੂਲ 'ਚ ਪੜ੍ਹਿਆ ਜਿੱਥੇ ਪੰਜਾਬੀ ਮੀਡੀਅਮ ਸੀ। ਮੇਰੇ 2 ਬੇਟੇ, ਮੇਰੇ ਘਰ 'ਚ ਇਸ ਗੱਲ 'ਤੇ ਕਦੇ ਤਕਰਾਰ ਨਹੀਂ ਹੋਇਆ ਕਿ ਇਹਨਾਂ ਨੂੰ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਣਾ ਹੈ। ਹਾਲਾਂਕਿ ਮੇਰੀ ਸਮਰੱਥਾ ਹੋ ਗਈ ਸੀ, ਮੈਂ ਪੜ੍ਹਾ ਸਕਦਾ ਸੀ। ਮੈਂ ਆਪਣੀ ਸਰਦਾਰਨੀ ਨੂੰ ਕਿਹਾ ਕਿ ਆਪਾਂ ਦੋਵੇਂ ਸਰਕਾਰੀ ਸਕੂਲਾਂ 'ਚ ਪੰਜਾਬੀ ਮਾਧਿਅਮ ਨਾਲ ਪੜ੍ਹੇ ਹਾਂ, ਕਿਸੇ ਤੋਂ ਪਿੱਛੇ ਨਹੀਂ ਰਹੇ। ਮੈਂ ਆਪਣੇ ਦੋਵੇਂ ਬੱਚਿਆਂ ਨੂੰ ਪੰਜਾਬੀ ਮਾਧਿਅਮ ਸਕੂਲ 'ਚ ਪੜ੍ਹਾਊਂਗਾ। ਦੋਵੇਂ ਪੰਜਾਬੀ ਮਾਧਿਅਮ ਸਕੂਲ 'ਚ ਪੜ੍ਹੇ ਤੇ ਦੋਵਾਂ ਨੇ ਸਫਲਤਾਵਾਂ ਹਾਸਲ ਕੀਤੀਆਂ। ਛੋਟਾ ਆਸਟ੍ਰੇਲੀਆ 'ਚ ਪੜ੍ਹਾਉਂਦਾ ਹੈ, ਵੱਡਾ ਅਮਰੀਕਾ 'ਚ ਪੜ੍ਹਾਉਂਦਾ ਹੈ। ਦੋਵੇਂ ਥਾਂ ਥਾਈਂ ਖੁਸ਼ਹਾਲ ਨੇ, ਵੱਡੀਆਂ ਪ੍ਰਾਪਤੀਆਂ ਕੀਤੀਆਂ ਦੋਵਾਂ ਨੇ। ਜੋ ਕੈਰੀਅਰ ਮੇਰਾ ਮਨ ਚਾਹੁੰਦਾ ਸੀ ਕਿ ਮੇਰੇ ਬੱਚੇ ਹਾਸਲ ਕਰਨ, ਉਹ ਕੈਰੀਅਰ ਉਹਨਾਂ ਨੇ ਹਾਸਲ ਕੀਤਾ ਪੰਜਾਬੀ ਦੀ ਬਦੌਲਤ। ਅੱਜ ਤੱਕ ਉਹ ਪੰਜਾਬੀ ਨੂੰ ਪ੍ਰੇਮ ਕਰਦੇ ਨੇ, ਪੰਜਾਬੀ 'ਚ ਲਿਖਣ ਵੀ ਲੱਗੇ ਥੋੜ੍ਹਾ ਥੋੜ੍ਹਾ ਹੁਣ, ਤੇ ਕਲਾਸੀਕਲ ਮਿਊਜ਼ਿਕ ਦਾ ਰਿਆਜ਼ ਵੀ ਕਰਦੇ ਰਹਿੰਦੇ ਨੇ, ਗੁਰਬਾਣੀ ਗਾਉਂਦੇ ਨੇ। ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰਾਨਾ ਸਾਰੇ ਦਰਸ਼ਕਾਂ ਦਾ। ਸੋ ਇਹ ਸੀਗੇ ਹਰਪਾਲ ਸਿੰਘ ਪੰਨੂ, ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿ ਪੰਜਾਬੀ ਦਾ ਜਿਹੜਾ ਮਹਾਨ ਵਿਰਸਾ ਹੈ, ਭਾਸ਼ਾ ਦਾ ਮਹਾਨ ਵਿਰਸਾ ਹੈ, ਉਹ ਕਿਵੇਂ ਸਾਡੀ ਝੋਲੀ ਦੇ ਵਿੱਚ ਪਿਆ ਤੇ ਸਾਨੂੰ ਉਹਦੀ ਕਦਰ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਤੇ ਸਾਨੂੰ ਉਹਨਾਂ ਨੇ ਕਿਹਾ ਕਿ ਜਿਹੜੀ ਗੁਰੂਆਂ ਦੀ ਬਖਸ਼ੀ ਭਾਸ਼ਾ ਹੈਗੀ ਆ ਉਹ ਸਾਡੀ ਝੋਲੀ ਦੇ ਵਿੱਚ ਪਈ ਆ, ਉਹਦਾ ਕਦੇ ਵੀ ਉਹ ਦੁਨੀਆ ਤੋਂ ਨਹੀਂ ਖਤਮ ਹੋ ਸਕਦੀ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਤੁਸੀਂ ਆਪਣਾ ਕਮੈਂਟ ਕਰਕੇ ਜ਼ਰੂਰ ਸਾਨੂੰ ਦੱਸਣਾ ਹੈ। ਤੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਮੇਰੇ ਸਹਿਯੋਗੀ ਗਗਨ ਦੇ ਨਾਲ ਜਗਜੀਤ ਸਿੰਘ ਪੰਜੋਲੀ, ਧੰਨਵਾਦ।